पहला पंजवां, काम क्रोध लोभ छोड़िए, दीजै अगन जलाए, जीवन दियां नित जापिए, नानक साचा नाਉ। ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਜੇ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ, ਜੀਵਨ ਵਿੱਚ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਲੋੜਦੇ ਹੋ, ਤਾਂ ਕਾਮ ਕ੍ਰੋਧ ਲੋਭ ਨੂੰ ਛੱਡ ਦੇਣਾ ਚਾਹੀਦਾ ਹੈ ਔਰ ਇਹਨਾਂ ਨੂੰ ਅੱਗ ਦੇ ਅੰਦਰ ਸਾੜ ਦੇਣਾ ਚਾਹੀਦਾ ਹੈ। ਅੱਗ ਵਿੱਚ ਸਾੜ ਦੇਣ ਦਾ ਮਤਲਬ ਮੁਹਾਵਰਾ ਹੈ, ਅੱਗ ਵਿੱਚ ਸਾੜ ਦੇਣਾ ਮਤਲਬ ਕਿ ਖਤਮ ਕਰ ਦੇਣਾ। ਯਾਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੀ ਜ਼ਿੰਦਗੀ ਚੋਂ ਖਤਮ ਕਰਨਾ ਚਾਹੀਦਾ ਹੈ। ਇਹਨਾਂ ਦੀ ਜਿਹੜੀ ਅਸੀਂ ਦੁਰਵਰਤੋਂ ਕਰ ਰਹੇ ਹਾਂ ਉਹ ਨਹੀਂ ਕਰਨੀ ਚਾਹੀਦੀ, ਕਿਉਂਕਿ ਕਾਮ ਕ੍ਰੋਧ ਔਰ ਲੋਭ ਕਰਕੇ ਜ਼ਿੰਦਗੀ ਦੇ ਅੰਦਰ ਦੁਖਾਂਤ ਪੈਦਾ ਹੁੰਦੇ ਨੇ। ਆਦਮੀ ਇਨਸਾਨੀਅਤ ਤੋਂ ਗਿਰਦਾ ਹੈ, ਆਪਣਾ ਸਰੀਰਕ ਮਾਨਸਿਕ ਔਰ ਬੌਧਿਕ ਨੁਕਸਾਨ ਕਰਦਾ ਹੈ ਔਰ ਦੁਨੀਆ ਦੇ ਅੰਦਰ ਵੀ ਵਿਕਾਰ ਪੈਦਾ ਕਰਦਾ ਹੈ। ਇਹਦੀ ਜਗ੍ਹਾ ਤੇ ਕਰੀਏ ਕੀ? ਕਾਮ ਕ੍ਰੋਧ ਲੋਭ ਆਦਿਕ ਛੱਡ ਕੇ ਸਗੋਂ ਜੀਵਨ ਦਿਆਂ ਨਿਤ ਜਾਪੀਏ। ਜੀਵਨ ਦਿਆਂ ਦਾ ਮਤਲਬ ਜਿੰਨਾ ਚਿਰ ਤੱਕ ਅਸੀਂ ਜਿਉਂਦੇ ਹਾਂ। ਜਾਪੀਏ, ਜਾਪਣ ਦਾ ਮਤਲਬ ਹੁੰਦਾ ਹੈ ਜਾਣਨਾ, ਯਾਨੀ ਸਾਂਝ ਪਾਣੀ ਚਾਹੀਦੀ ਹੈ। ਜਾਪੀਏ ਦਾ ਮਤਲਬ ਜਾਣਨਾ ਚਾਹੀਦਾ ਹੈ, ਸਾਂਝ ਪਾਣੀ ਚਾਹੀਦੀ ਹੈ। ਸਾਚਾ ਨਾਉ, ਸਾਚਾ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ, ਨਾਉ ਦਾ ਮਤਲਬ ਰੱਬ ਦਾ ਜੋ ਹੁਕਮ ਹੈ। ਤਾਂ ਜਦੋਂ ਤੱਕ ਅਸੀਂ ਜਿਉਂਦੇ ਹਾਂ ਸਾਨੂੰ ਪ੍ਰਭੂ ਦੇ ਸੱਚੇ ਨਾਮ ਦੇ ਨਾਲ, ਸੱਚੇ ਹੁਕਮ ਦੇ ਨਾਲ ਸਾਂਝ ਪਾਣੀ ਚਾਹੀਦੀ ਹੈ। ਭਾਵ ਕਿ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ ਔਰ ਰੱਬੀ ਹੁਕਮ ਦੇ ਨਾਲ ਸਾਂਝ ਪਾਣੀ ਚਾਹੀਦੀ ਹੈ। ਮਤਲਬ ਕਿ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ ਚਾਹੀਦੀ ਹੈ। ਜਦੋਂ ਅਸੀਂ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਵਾਂਗੇ ਤਾਂ ਇਹ ਕਾਮ ਕ੍ਰੋਧ ਲੋਭ ਆਦਿਕ ਦੁਖਦਾਈ ਨਹੀਂ ਰਹਿਣਗੇ। ਕਾਮ ਲੱਜਾ ਔਰ ਹਯਾ ਵਿੱਚ ਬਦਲ ਜਾਏਗਾ, ਕ੍ਰੋਧ ਵੀਰ ਰਸ ਵਿੱਚ ਕਨਵਰਟ ਹੋ ਜਾਏਗਾ, ਲੋਭ ਸੰਤੋਖ ਦਾ ਰੂਪ ਧਾਰਨ ਕਰ ਜਾਏਗਾ, ਮੋਹ ਪ੍ਰੇਮ ਵਿੱਚ ਬਦਲੇਗਾ ਤੇ ਹੰਕਾਰ ਨਿਮਰਤਾ ਔਰ ਸਵੈਮਾਨ ਵਿੱਚ ਬਦਲ ਜਾਣਗੇ। ਤੇ ਇਸ ਤਰ੍ਹਾਂ ਸਾਡੀ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਜਾਏਗੀ। ਤਾਂ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਤੋਂ ਆਪਣਾ ਛੁਟਕਾਰਾ ਕਰਾਉਣਾ ਚਾਹੀਦਾ ਹੈ। ਮਹਿਲਾ ਪੰਜਵਾਂ, ਸਿਮਰਤ ਸਿਮਰਤ ਪ੍ਰਭ ਆਪਣਾ, ਸਭ ਫਲ ਪਾਏ ਆਹੇ। ਆਹੇ ਦਾ ਮਤਲਬ ਹੁੰਦਾ ਹੈ ਹਨ, ਹਾ ਹਨ ਨਾ ਹਨ, ਪਾਏ ਹਨ। ਸਿਮਰਤ ਸਿਮਰਤ ਦਾ ਮਤਲਬ ਯਾਦ ਕਰਦਿਆਂ ਕਰਦਿਆਂ, ਆਪਣੇ ਪ੍ਰਭੂ ਨੂੰ ਚੇਤੇ ਰੱਖਦਿਆਂ। ਹੁਣ ਪ੍ਰਭੂ ਨੂੰ ਚੇਤੇ ਰੱਖਣਾ ਜਾਂ ਪ੍ਰਭੂ ਦਾ ਸਿਮਰਨ ਜਾਂ ਯਾਦ ਕੀ ਹੈ ਕਿ ਹਰ ਵੇਲੇ ਯਾਦ ਰੱਖਣਾ ਰੱਬੀ ਗੁਣਾਂ ਨੂੰ, ਹਰ ਵੇਲੇ ਇਹ ਯਾਦ ਰੱਖਣਾ ਕਿ ਹਰ ਇੱਕ ਦੇ ਅੰਦਰ ਰੱਬ ਵਸਦਾ ਹੈ। ਹਰ ਵੇਲੇ ਇਹ ਗੱਲ ਯਾਦ ਰੱਖਣੀ ਕਿ ਮੈਂ ਰੱਬ ਦੁਆਰਾ ਵਾਚਿਆ ਜਾ ਰਿਹਾ ਹਾਂ, ਮੈਨੂੰ ਰੱਬ ਸੁਣ ਰਿਹਾ ਹੈ, ਮੈਨੂੰ ਵੇਖ ਰਿਹਾ ਹੈ, ਮੇਰੇ ਅੰਗ ਸੰਗ ਹੈ। ਯਾਨੀ ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਿਹੜਾ ਬੰਦਾ ਰੱਬ ਨੂੰ ਹਮੇਸ਼ਾ ਯਾਦ ਰੱਖਦਾ ਹੈ, ਰੱਬੀ ਗੁਣਾਂ ਦੀ ਯਾਦ ਵਿੱਚ ਜੋ ਜੀਂਦਾ ਹੈ, ਸਭ ਫਲ ਪਾਏ ਆਹੇ, ਉਹ ਸਾਰੇ ਫਲ ਪਾ ਲੈਂਦਾ ਹੈ। ਪ੍ਰਭੂ ਨੂੰ ਯਾਦ ਕਰਕੇ ਸਾਰੇ ਫਲ ਪਾ ਲਈਦੇ ਨੇ। ਸਾਰੇ ਫਲ ਪਾਉਣ ਦਾ ਮਤਲਬ ਸਾਰੇ ਗੁਣ ਬੰਦੇ ਵਿੱਚ ਆ ਜਾਂਦੇ ਨੇ ਔਰ ਬੰਦੇ ਦੀਆਂ ਜਿਹੜੀਆਂ ਜਗਤ ਵਾਲੀਆਂ ਵਾਸ਼ਨਾਵਾਂ ਨੇ, ਵਿਕਾਰ ਨੇ, ਉਹ ਸਾਰੇ ਦੇ ਸਾਰੇ ਮੁੱਕ ਜਾਂਦੇ ਨੇ। ਇਹਨੂੰ ਕਹਿੰਦੇ ਨੇ ਸਭ ਫਲ ਪਾਏ ਆਏ। ਨਾਨਕ ਨਾਮ ਅਰਾਧਿਆ, ਗੁਰ ਪੂਰੇ ਦਿਆ ਮਿਲਾਏ। ਨਾਮ ਦਾ ਮਤਲਬ ਹੁਕਮ, ਅਰਾਧਿਆ ਦਾ ਮਤਲਬ ਯਾਦ ਕੀਤਾ। ਜਿਨ੍ਹਾਂ ਨੇ ਆਪਣੇ ਧਿਆਨ ਨੂੰ ਰੱਬੀ ਹੁਕਮ ਵਿੱਚ ਜੋੜਿਆ, ਜਦੋਂ ਧਿਆਨ ਪੂਰਵਕ ਰੱਬੀ ਹੁਕਮ ਦੇ ਅੰਦਰ ਤੁਰੇ, ਰੱਬੀ ਸਿਫਤ ਸਲਾਹ ਕੀਤੀ, ਰੱਬੀ ਗੁਣਾਂ ਦੇ ਜੋ ਧਾਰਨੀ ਹੋਏ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੀ ਮਨੁੱਖ ਨੇ ਪੂਰੇ ਗੁਰੂ ਦੇ ਰਾਹੀਂ ਹੁਕਮ ਦੀ ਪਾਲਣਾ ਕੀਤੀ, ਹੁਕਮ ਨੂੰ ਯਾਦ ਰੱਖਿਆ, ਗੁਰੂ ਨੇ ਉਸ ਨੂੰ ਪ੍ਰਭੂ ਦੇ ਨਾਲ ਮਿਲਾ ਦਿੱਤਾ। ਗੁਰ ਪੂਰੇ ਦਿਆ ਮਿਲਾਏ, ਪੂਰੇ ਗੁਰੂ ਨੇ ਉਹਨੂੰ ਰੱਬ ਦੇ ਵਿੱਚ ਹੀ ਮਿਲਾ ਦਿੱਤਾ। ਜਿਵੇਂ ਇੱਕ ਨਿੱਕੀ ਜੀ ਬੂੰਦ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਹੋ ਗਈ, ਤਿਵੇਂ ਗੁਰੂ ਉਸ ਮਨੁੱਖ ਨੂੰ ਰੱਬ ਵਿੱਚ ਹੀ ਮਿਲਾ ਦਿੰਦਾ ਹੈ। ਭਾਵ ਕਿ ਉਹ ਇਨਸਾਨ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹ ਫਿਰ ਰੱਬ ਵਰਗਾ ਹੀ ਹੋ ਜਾਂਦਾ ਹੈ। ਪ੍ਰਭੂ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਉਹਦੇ ਅੰਦਰ ਨਿਰੋਲ ਰੱਬੀ ਗੁਣ ਹੀ ਰਹਿ ਜਾਂਦੇ। ਪੌੜੀ, ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ਿਆ। ਗੁਰ ਉਪਦੇਸ਼ਿਆ ਦਾ ਮਤਲਬ ਜਿਸ ਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ।
ਸੰਸਾਰ ਦਾ ਮਤਲਬ ਸੰਸਾਰ ਵਿੱਚ, ਸੋ ਦਾ ਮਤਲਬ ਉਹ। ਜਿਸ ਮਨੁੱਖ ਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਦੇ ਅੰਦਰ ਰਹਿੰਦਾ ਹੋਇਆ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸੰਸਾਰ ਦਾ ਮਤਲਬ ਸੰਸਾਰ ਵਿੱਚ ਰਹਿੰਦਿਆਂ ਹੀ ਮੁਕਤ ਹੋ ਜਾਂਦਾ ਹੈ। ਯਾਨੀ ਮੁਕਤੀ ਵਾਸਤੇ ਸਾਨੂੰ ਸੰਸਾਰ ਛੱਡਣ ਦੀ ਲੋੜ ਨਹੀਂ ਹੈ, ਘਰ ਪਰਿਵਾਰ ਤਿਆਗਣ ਦੀ ਲੋੜ ਨਹੀਂ ਕਿ ਅਸੀਂ ਜੰਗਲਾਂ ਵਿੱਚ ਜਾਈਏ, ਬਾਬੇ ਬਣੀਏ ਜਾਂ ਜਿਹੜੇ ਕਰਮ ਕਾਂਡ ਨੇ ਉਹ ਕਰੀਏ। ਇਹਨੂੰ ਗੁਰੂ ਨੇ ਉਪਦੇਸ਼ ਦਿੱਤਾ, ਉਹ ਸੰਸਾਰ ਵਿੱਚ ਰਹਿੰਦਿਆਂ ਹੀ ਮੁਕਤ ਹੋ ਗਿਆ। ਯਾਨੀ ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵੇਗਾ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਜੋ ਅਪਣਾ ਲੈਂਦਾ ਹੈ, ਉਹ ਇਸ ਸੰਸਾਰ ਵਿੱਚ ਰਹਿੰਦਾ ਮੁਕਤ ਹੈ। ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਈਰਖਾ ਤੋਂ, ਮੇਰ ਤੇਰ ਤੋਂ, ਵਿਕਾਰਾਂ ਤੋਂ, ਭਰਮਾਂ ਤੋਂ, ਅਗਿਆਨਤਾ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹ ਮੁਕਤ ਹੋ ਜਾਂਦਾ ਹੈ ਔਰ ਉਹ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ। ਇਸਕੀ ਗਈ ਬਲਾਏ ਮਿਟੇ ਅੰਦੇਸਿਆ। ਬਲਾਏ ਦਾ ਮਤਲਬ ਬਲਾਂ, ਤੇ ਬਲਾਂ ਦਾ ਮਤਲਬ ਇੱਥੇ ਹੈ ਵਿਪਤਾ। ਉਹਦੀ ਮੁਸੀਬਤ, ਉਹਦੀ ਵਿਪਤਾ ਦੂਰ ਹੋ ਜਾਂਦੀ ਹੈ। ਮਿਟੇ ਅੰਦੇਸਿਆ, ਅੰਦੇਸਿਆ ਦਾ ਮਤਲਬ ਡਰ ਔਰ ਫਿਕਰ। ਉਸ ਮਨੁੱਖ ਦੇ ਡਰ ਔਰ ਫਿਕਰ ਮੁੱਕ ਜਾਂਦੇ ਨੇ। ਉਹਦੀ ਜ਼ਿੰਦਗੀ ਵਿੱਚ ਵਿਕਾਰਾਂ ਦੀਆਂ ਕੋਈ ਵਿਪਤਾਵਾਂ ਨਹੀਂ ਪੈਂਦੀਆਂ। ਦੇਖੋ ਬਹੁਤ ਸਾਰੀਆਂ ਵਿਪਤਾਵਾਂ ਨੇ ਜੋ ਮਨੁੱਖ ਨੇ ਆਪਣੇ ਗੱਲ ਆਪ ਪਾਈਆਂ ਹੋਈਆਂ ਨੇ। ਕਈ ਤਰ੍ਹਾਂ ਦੀਆਂ ਮੁਸੀਬਤਾਂ ਨੇ ਜੋ ਅਸੀਂ ਲੋਭ ਕਰਕੇ ਆਪਣੇ ਗੱਲ ਵਿੱਚ ਪਾ ਲਈਆਂ ਨੇ, ਕ੍ਰੋਧ ਕਰਕੇ ਪਾ ਲਈਆਂ ਨੇ, ਮੇਰ ਤੇਰ ਦੇ ਵਿਤਕਰਿਆਂ ਕਰਕੇ ਪਾ ਲਈਆਂ ਨੇ, ਜਾਂ ਹੋਰ ਕਿੰਨੇ ਸਾਰੇ ਵਿਕਾਰ ਨੇ। ਬੰਦਾ ਆਪਣੇ ਗੱਲ ਮੁਸੀਬਤਾਂ ਆਪ ਪਾ ਲੈਂਦਾ ਨਾ। ਜੇ ਅਸੀਂ ਸਿੰਪਲ ਗੱਲ ਕਰੀਏ ਆਪਣੇ ਘਰ ਪਰਿਵਾਰਾਂ ਦੀ, ਤਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਅਸੀਂ ਵਿਪਤਾ ਕੋਈ ਨਾ ਕੋਈ ਕਲੇਸ਼ ਸਹੇੜੀ ਰੱਖਦੇ ਆ ਨਾ। ਤਾਂ ਇਹ ਸਾਰੀਆਂ ਵਿਪਤਾਵਾਂ ਕਾਹਦੇ ਕਰਕੇ ਨੇ? ਵਿਕਾਰਾਂ ਕਰਕੇ, ਝੂਠਾਂ ਕਰਕੇ। ਔਰ ਫਿਰ ਕੋਈ ਨਾ ਕੋਈ ਡਰ ਵੀ ਬਣਿਆ ਰਹਿੰਦਾ ਹੈ, ਕਿਉਂਕਿ ਜਿਹੜੇ ਮਾੜੇ ਕਰਮ ਕਰਨੇ ਨੇ ਤਾਂ ਡਰ ਤੇ ਅੰਦਰ ਬਣੇਗਾ ਹੀ ਕਿ ਮੇਰਾ ਇਹ ਝੂਠ ਨਾ ਫੜਿਆ ਜਾਏ, ਇਹ ਚੋਰੀ ਨਾ ਫੜੀ ਜਾਏ, ਇਹ ਲਾਲਚ ਨਾ ਫੜਿਆ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹ ਇਸ ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ ਦੀ ਮੁਸੀਬਤ ਦੂਰ ਹੋ ਜਾਂਦੀ ਹੈ, ਉਹਨਾਂ ਦੇ ਡਰ, ਫਿਕਰ ਔਰ ਸਹਿਮ ਮੁੱਕ ਜਾਂਦੇ ਨੇ ਔਰ ਉਹ ਖੁਦ ਮੁਖਤਿਆਰੀ ਵਾਲੀ ਜ਼ਿੰਦਗੀ ਜੀਂਦੇ ਨੇ, ਨਿਰਭੈਤਾ ਵਾਲਾ ਜੀਵਨ ਜੀਂਦੇ ਨੇ। ਇਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ। ਨਿਹਾਲ ਦਾ ਮਤਲਬ ਪ੍ਰਸੰਨ। ਜਿਹੜੇ ਐਸੇ ਮਨੁੱਖ ਨੇ ਨਾ ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਜੋ ਮੁਕਤ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵਿਪਤਾ ਨਹੀਂ ਹੈ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਡਰ ਕਲੇਸ਼ ਨਹੀਂ ਹੈ, ਉਹਨਾਂ ਦਾ ਦਰਸ਼ਨ ਕਰਕੇ ਸਾਰਾ ਸੰਸਾਰ ਹੀ ਪ੍ਰਸੰਨ ਹੋ ਜਾਂਦਾ ਹੈ। ਦਰਸ਼ਨ ਕਰਨ ਦਾ ਮਤਲਬ ਉਹਨਾਂ ਨੂੰ ਮਿਲ ਕੇ, ਐਸੇ ਇਨਸਾਨਾਂ ਨੂੰ ਮਿਲ ਕੇ ਖੁਸ਼ੀ ਮਿਲਦੀ ਹੈ ਨਾ, ਜਿਸ ਦੇ ਅੰਦਰ ਪੋਜ਼ਿਟਿਵਿਟੀ ਹੈ, ਜਿਸ ਦੀ ਬੋਲਬਾਣੀ ਬੜੀ ਪਿਆਰੀ ਹੈ, ਜਿਸ ਦਾ ਬਿਹੇਵੀਅਰ ਚੰਗਾ ਹੈ। ਤਾਂ ਉਸ ਇਨਸਾਨ ਨੂੰ ਜਿਹੜਾ ਵੀ ਬੰਦਾ ਮਿਲੇਗਾ, ਉਸ ਬੰਦੇ ਨੂੰ ਮਿਲ ਕੇ ਖੁਸ਼ੀ ਹੋਏਗੀ, ਕਿਉਂਕਿ ਉਹਦੇ ਕੋਲ ਹੈ ਹੀ ਖੁਸ਼ੀ ਹੈ। ਤਾਂ ਸਾਰਾ ਸੰਸਾਰ ਜਿਹੜਾ ਵੀ ਉਸ ਨੂੰ ਮਿਲਦਾ ਹੈ, ਉਹ ਬੰਦਾ ਉਹਨੂੰ ਮਿਲ ਕੇ ਤੇ ਖੁਸ਼ੀ ਹੁੰਦੀ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ੀ ਆਏ, ਤਾਂ ਇੱਕ ਤਾਂ ਸਾਨੂੰ ਆਪ ਇਹੋ ਜਿਹੇ ਬਣਨਾ ਚਾਹੀਦਾ, ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ, ਜੀਵਨ ਮੁਕਤ ਦਾ ਆਨੰਦ ਮਾਣਨਾ ਚਾਹੀਦਾ ਹੈ। ਤੇ ਦੂਜਾ, ਸਾਨੂੰ ਐਸੇ ਲੋਕਾਂ ਦੇ ਨਾਲ ਤਾਲਮੇਲ ਬਣਾਉਣਾ ਚਾਹੀਦਾ ਹੈ, ਆਪਣੀ ਫਰੈਂਡਸ਼ਿਪ ਪਾਣੀ ਚਾਹੀਦੀ ਹੈ, ਸੰਗਤ ਕਰਨੀ ਚਾਹੀਦੀ ਹੈ, ਜਿਹੜੇ ਲੋਕ ਵਿਕਾਰਾਂ ਤੋਂ ਮੁਕਤ ਨੇ। ਕਿਉਂਕਿ ਐਸੇ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਖੁਸ਼ੀ ਵੀ ਮਿਲਦੀ ਹੈ ਔਰ ਸਾਨੂੰ ਪ੍ਰੇਰਨਾ ਵੀ ਮਿਲਦੀ ਹੈ ਕਿ ਅਸੀਂ ਵੀ ਐਸੇ ਇਨਸਾਨ ਬਣ ਸਕੀਏ। ਜਨ ਕੈ ਸੰਗ ਨਿਹਾਲ ਪਾਪਾਂ ਮੈਲ ਧੋਏ। ਇਹ ਜੋ ਪਾਪਾ ਲਿਖਿਆ ਹੈ ਨਾ, ਇਹਨੂੰ ਬਿੰਦੀ ਲਗਾ ਕੇ ਪੜਾਂਗੇ, ਪਾਪਾਂ। ਕਿਉਂਕਿ ਜਦੋਂ ਵੀ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਹਦਾ ਉਚਾਰਨ ਨਾਸਕੀ ਹੋਊਗਾ। ਜਨ ਕੈ ਸੰਗ ਨਿਹਾਲ, ਜਿਹੜਾ ਇਹੋ ਜਿਹਾ ਇਨਸਾਨ ਹੈ, ਗੁਰਸਿੱਖ ਹੈ, ਜਨ ਹੈ, ਰੱਬ ਦਾ ਪਿਆਰਾ ਹੈ, ਜਿਹਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ, ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਇਹੋ ਜਿਹੇ ਬੰਦੇ ਦੀ ਸੰਗਤ ਵਿੱਚ ਰਿਹਾ, ਪਾਪਾਂ ਮੈਲ ਧੋਏ। ਪਾਪਾਂ ਦੀ ਮੈਲ ਧੋ ਕੇ ਬੰਦਾ ਨਿਹਾਲ ਹੋ ਜਾਂਦਾ। ਜਨ ਕੈ ਸੰਗ ਨਿਹਾਲ, ਇਹੋ ਜਿਹੇ ਇਨਸਾਨਾਂ ਨਾਲ ਮਿਲ ਕੇ ਖੁਸ਼ੀ ਹੁੰਦੀ ਹੈ। ਕਿਉਂ? ਕਿ ਪਾਪਾਂ ਮੈਲ ਧੋਏ। ਇਹੋ ਜਿਹੇ ਇਨਸਾਨਾਂ ਨਾਲ ਮਿਲ ਕੇ ਬੰਦਾ ਆਪਣੇ ਪਾਪਾਂ ਦੀ ਮੈਲ ਧੋ ਲੈਂਦਾ। ਇਹੋ ਜਿਹੇ ਇਨਸਾਨਾਂ ਤੋਂ ਸਾਨੂੰ
ਜੀਵਨ ਦਾ ਰਾਸਤਾ ਮਿਲਦਾ ਹੈ ਕਿ ਅਸੀਂ ਕਿਵੇਂ ਪੋਜ਼ਿਟਿਵ ਹੋ ਸਕਦੇ ਹਾਂ, ਕਿਵੇਂ ਸਕਾਰਾਤਮਕ ਹੋ ਸਕਦੇ ਹਾਂ, ਕਿਵੇਂ ਅਸੀਂ ਨੈਗੇਟਿਵਿਟੀ ਵਿੱਚੋਂ ਬਾਹਰ ਆ ਸਕਦੇ ਹਾਂ। ਤਾਂ ਇਸ ਤਰ੍ਹਾਂ ਐਸੇ ਇਨਸਾਨਾਂ ਨਾਲ ਮਿਲ ਕੇ ਪਾਪਾਂ ਦੀ ਮੈਲ ਧੋਈ ਜਾਂਦੀ ਹੈ ਔਰ ਬੰਦੇ ਦੇ ਜੀਵਨ ਅੰਦਰ ਖੁਸ਼ੀ, ਖੇੜਾ ਔਰ ਪ੍ਰਸੰਨਤਾ ਆਉਂਦੀ ਹੈ। ਅੰਮ੍ਰਿਤ ਸਾਚਾ ਨਾਉ ਉਥੇ ਜਾਪੀ ਹੈ। ਉਥੇ ਦਾ ਮਤਲਬ ਜਿਹੜੇ ਇਹੋ ਜਿਹੇ ਗੁਰਮੁਖ ਇਨਸਾਨ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ, ਅੰਮ੍ਰਿਤ ਦਾ ਮਤਲਬ ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ, ਸਾਚਾ ਨਾਉ ਦਾ ਮਤਲਬ ਪ੍ਰਭੂ ਦਾ ਜੋ ਸੱਚਾ ਹੁਕਮ ਹੈ, ਜਾਪੀਏ ਦਾ ਮਤਲਬ ਜਾਣਿਆ ਜਾਂਦਾ ਹੈ, ਸਮਝ ਆ ਜਾਂਦੀ ਹੈ, ਜਾਣ ਪਹਿਚਾਨ ਬਣ ਜਾਂਦੀ ਹੈ। ਤਾਂ ਐਸੇ ਇਨਸਾਨਾਂ ਦੀ ਸੰਗਤ ਵਿੱਚ ਜਾ ਕੇ ਪ੍ਰਭੂ ਦੇ ਸੱਚੇ ਹੁਕਮ ਦੀ ਸੂਝ ਆਉਂਦੀ ਹੈ ਔਰ ਬੰਦੇ ਨੂੰ ਫਿਰ ਆਤਮਿਕ ਜੀਵਨ ਮਿਲਦਾ ਹੈ, ਇਨਸਾਨੀਅਤ ਪੈਦਾ ਹੁੰਦੀ ਹੈ, ਖੁਸ਼ੀ ਪੈਦਾ ਹੁੰਦੀ ਹੈ। ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਐ। ਇਹਨੂੰ ਬਿੰਦੀ ਲਾ ਕੇ ਭੁੱਖਾ ਨਹੀਂ ਪੜਨਾ, ਭੁੱਖਾ। ਭੁੱਖਾ ਦਾ ਮਤਲਬ ਜਿਹੜਾ ਭੁੱਖਾ ਇਨਸਾਨ ਹੈ, ਜੇ ਬਿੰਦੀ ਲਗਾ ਦਿਆਂਗੇ ਤੇ ਇਹਦਾ ਅਰਥ ਹੋ ਜਾਏਗਾ ਬਹੁਤ ਸਾਰੀਆਂ ਭੁੱਖਾਂ। ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਐ। ਤ੍ਰਾਪੀਏ ਦਾ ਮਤਲਬ ਰੱਜ ਜਾਂਦਾ ਹੈ, ਤੇ ਭੁੱਖਾ ਦਾ ਮਤਲਬ ਜੋ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੈ, ਜਿਸ ਦੇ ਅੰਦਰ ਬਹੁਤ ਵੱਡੀ ਤ੍ਰਿਸ਼ਨਾ ਹੈ। ਤਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਵੀ ਉੱਥੇ ਜਾ ਕੇ ਰੱਜ ਜਾਂਦਾ ਹੈ, ਉਹਦੇ ਮਨ ਨੂੰ ਵੀ ਸੰਤੋਖ ਆ ਜਾਂਦਾ ਹੈ। ਜਿਹੜਾ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਚੱਲ ਰਿਹਾ ਹੈ, ਜਿਨੇ ਕਾਮ, ਕ੍ਰੋਧ, ਲੋਭ ਆਦਿਕ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ, ਇਹਨਾਂ ਨੂੰ ਆਪਣੇ ਅਧੀਨ ਕਰ ਲਿਆ ਹੈ, ਜੋ ਸੰਸਾਰ ਵਿੱਚ ਰਹਿੰਦਾ ਹੀ ਮੁਕਤ ਹੋ ਗਿਆ ਹੈ, ਤਾਂ ਜਦੋਂ ਇਹੋ ਨਾਲ ਅਸੀਂ ਮਿਲਦੇ ਹਾਂ ਤਾਂ ਇਹੋ ਜਿਹੇ ਇਨਸਾਨ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ, ਮਨ ਨੂੰ ਸੰਤੋਖ ਆਉਂਦਾ ਹੈ ਔਰ ਭੁੱਖਾ ਬੰਦਾ, ਤ੍ਰਿਸ਼ਨਾ ਦਾ ਬੰਦਾ ਵੀ ਰੱਜਦਾ ਹੈ। ਭਾਵ ਉਹਨੂੰ ਵੀ ਸਮਝ ਆ ਜਾਂਦੀ ਹੈ ਕਿ ਤ੍ਰਿਸ਼ਨਾ ਆਦਿਕ ਦੇ ਅੱਗ ਦੇ ਅੰਦਰ ਸੜਨਾ ਬੇਕਾਰ ਹੈ ਔਰ ਸੰਤੋਖੀ ਜ਼ਿੰਦਗੀ ਜੀਣਾ ਹੀ ਜੀਵਨ ਦਾ ਗੋਲ ਚਾਹੀਦਾ ਹੈ। ਇਹ ਗੋਲ ਉਹਨੂੰ ਉੱਥੋਂ ਮਿਲ ਜਾਂਦਾ ਹੈ। ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ। ਨਾਉ ਦਾ ਮਤਲਬ ਪ੍ਰਭੂ ਦਾ ਹੁਕਮ, ਜਿਹਦੇ ਹਿਰਦੇ ਅੰਦਰ, ਜਿਹਦੀ ਸੋਚ ਦੇ ਅੰਦਰ ਰੱਬ ਦਾ ਹੁਕਮ ਵਸ ਗਿਆ ਹੈ, ਰੱਬੀ ਗੁਣ ਵਸ ਗਏ ਹਨ, ਤਿਸ ਬੰਧਨ ਕਾਟੀਐ। ਉਹਦੇ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਂਦੇ ਨੇ। ਬੰਧਨ ਪੈਂਦੇ ਹੀ ਤਾਂ ਨੇ ਜਦੋਂ ਅਸੀਂ ਹੁਕਮ ਔਰ ਰਜ਼ਾ ਤੋਂ ਉਲਟ ਚੱਲਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਤੋਂ ਉਲਟ ਚੱਲਦੇ ਹਾਂ, ਉਦੋਂ ਹੀ ਬੰਧਨ ਪੈਂਦੇ ਨੇ। ਤੇ ਜੇ ਅਸੀਂ ਗੁਰੂ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਵੀਏ, ਗੁਰੂ ਦਾ ਹੁਕਮ ਸਾਡੇ ਮਨ ਵਿੱਚ ਵਸ ਜਾਏ, ਪ੍ਰਭੂ ਦਾ ਹੁਕਮ ਸਾਡੇ ਮਨ ਵਿੱਚ ਵਸ ਜਾਏ, ਰੱਬੀ ਹੁਕਮ ਸਾਡੇ ਮਨ ਵਿੱਚ ਵਸ ਜਾਏ, ਗੁਣ ਵਸ ਜਾਣ, ਤਾਂ ਬੰਧਨ ਆਟੋਮੈਟਿਕਲੀ ਕੱਟੇ ਜਾਣਗੇ। ਝੂਠ ਇੱਕ ਬਹੁਤ ਵੱਡਾ ਬੰਧਨ ਹੈ। ਜੇ ਬੰਦਾ ਸੱਚ ਦੇ ਨਾਲ ਜੁੜ ਜਾਏ ਤੇ ਝੂਠ ਦਾ ਬੰਧਨ ਕੱਟਿਆ ਜਾਏਗਾ। ਜਾਤੀਵਾਦ ਇੱਕ ਬਹੁਤ ਵੱਡਾ ਬੰਧਨ ਹੈ, ਤੇ ਜੇ ਸਾਡੀ ਸੋਚ ਦੇ ਅੰਦਰ ਇਹ ਚੀਜ਼ ਬਹਿ ਜਾਏ ਕਿ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ, ਤਾਂ ਜਾਤੀਵਾਦ ਦਾ ਬੰਧਨ ਕੱਟਿਆ ਜਾਏਗਾ। ਜੇ ਮਨ ਦੇ ਅੰਦਰ ਸੰਤੋਖ ਆ ਜਾਏ ਤਾਂ ਲੋਭ ਦਾ ਬੰਧਨ ਕੱਟਿਆ ਜਾਏਗਾ। ਤਾਂ ਜਿਸ ਹਿਰਦੇ ਦੇ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਰੱਬੀ ਹੁਕਮ ਵਸ ਜਾਂਦਾ ਹੈ, ਉਸ ਇਨਸਾਨ ਦੇ ਬੰਧਨ ਕੱਟੇ ਜਾਂਦੇ ਨੇ। ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ। ਵਿਰਲੇ ਤੇ ਵਿਸ਼ਰਾਮ ਲਗਾਵਾਂਗੇ। ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਏ। ਹਰ ਤਨ ਖਾਟੀਏ ਦਾ ਮਤਲਬ ਖੱਟਦਾ ਹੈ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੇ ਦਾ ਮਤਲਬ ਕਿਸੇ ਵਿਰਲੇ ਨੇ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਨਾਲ ਇਹ ਹਰੀ ਦੇ ਗੁਣਾਂ ਦਾ ਧਨ ਖੱਟਿਆ ਹੈ। ਹਰ ਤਨ ਦਾ ਮਤਲਬ ਰੱਬੀ ਗੁਣਾਂ ਦਾ ਧਨ। ਸਤ ਸੰਤੋਖ, ਦਇਆ, ਧਰਮ, ਧੀਰਜ ਦਾ ਜੋ ਧਨ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਖੱਟਿਆ ਹੈ, ਇਕੱਠਾ ਕੀਤਾ ਹੈ। ਆਮ ਆਦਮੀ ਕਾਮ, ਕ੍ਰੋਧ, ਲੋਭ, ਮੋਹ ਇਕੱਠਾ ਕਰੀ ਫਿਰਦਾ ਹੈ, ਈਰਖਾ, ਦਵੈਸ਼ ਇਕੱਠੇ ਕਰੀ ਫਿਰਦਾ ਹੈ, ਅਗਿਆਨਤਾ ਇਕੱਠੀ ਕਰੀ ਫਿਰਦਾ ਹੈ, ਕਰਮ ਕਾਂਡ ਇਕੱਠੀ ਫਿਰਦਾ ਹੈ। ਔਰ ਗੁਰੂ ਦੀ ਰਹਿਮਤ ਦੇ ਨਾਲ ਕੁਝ ਵਿਰਲੇ ਇਨਸਾਨ ਨੇ ਜਿਨ੍ਹਾਂ ਨੇ ਹਰੀ ਦਾ ਧਨ ਖੱਟਿਆ ਹੈ, ਸ਼ੁਭ ਗੁਣ ਖੱਟੇ ਨੇ, ਸਤ ਸੰਤੋਖ, ਦਇਆ, ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਸੱਚ ਨੂੰ ਜੀਵਨ ਦਾ ਆਧਾਰ ਬਣਾਇਆ ਹੈ। ਗੁਰੂ ਦੇ ਗਿਆਨ ਨੂੰ ਜਿਨ੍ਹਾਂ ਨੇ ਇਕੱਠਿਆ ਕੀਤਾ ਹੈ, ਵਿਰਲੇ ਨੇ ਉਹ। ਤੇ ਉਹ ਵਿਰਲੇ ਕਿਵੇਂ ਇਕੱਠਾ ਕਰ ਗਏ ਨੇ? ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਗੁਣਾਂ ਦਾ ਤਾਂ ਇਕੱਠ ਹੋਵੇ, ਅਸੀਂ ਵੀ ਸੁਖ ਸ਼ਾਂਤੀ ਮਾਣੀਏ,
ਤਾਂ ਸਾਨੂੰ ਗੁਰੂ ਦੀ ਜ਼ਿੰਦਗੀ ਜੀਣੀ ਚਾਹੀਦੀ। ਸ਼ਲੋਕ ਮਹਿਲਾ ਪੰਜਵਾਂ। ਮਨ ਮਹਿ ਚਿਤਵੋਂ ਚਿਤਵਨੀ ਉਦਮ ਕਰੋ ਉਠ ਨੀਤ। ਇਹਨੂੰ ਬਿੰਦੀ ਲਗਾ ਕੇ ਪੜਾਂਗੇ। ਚਿਤਵੋਂ ਕਰੋ ਫਸਟ ਪਰਸਨ ਦੀ ਗੱਲ ਹੈ। ਮਨ ਮਹਿ ਚਿਤਵੋਂ ਚਿਤਵਨੀ। ਚਿਤਵੋਂ ਦਾ ਮਤਲਬ ਮੈਂ ਸੋਚਦਾ ਹਾਂ। ਚਿਤਵਨੀ ਦਾ ਮਤਲਬ ਸੋਚ। ਕਰੋ ਦਾ ਮਤਲਬ ਮੈਂ ਕਰਾਂ। ਉੱਠ ਦਾ ਮਤਲਬ ਉੱਠ ਕੇ। ਨੀਤ ਦਾ ਮਤਲਬ ਨਿਤ। ਉਦਮ ਦਾ ਮਤਲਬ ਉਦਮ। ਤਾਂ ਮੈਂ ਆਪਣੇ ਮਨ ਵਿੱਚ ਇਹ ਸੋਚਦਾ ਹਾਂ ਕਿ ਨਿਤ ਹੀ ਸਵੇਰੇ ਉੱਠ ਕੇ ਉਦਮ ਕਰਾਂ। ਮੈਂ ਸਵੇਰੇ ਉੱਠ ਕੇ ਉਦਮ ਕਰਾਂ, ਇਹ ਮਨ ਦੇ ਅੰਦਰ ਸੋਚਦਾ ਹਾਂ। ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕ ਕੇ ਮੀਤ। ਇਹਨੂੰ ਦੇਹੋ ਵੀ ਪੜ ਸਕਦੇ ਹਾਂ, ਦੇਹ ਵੀ ਪੜ ਸਕਦੇ ਹਾਂ। ਹੇ ਨਾਨਕ ਦੇ ਮਿੱਤਰ, ਮੈਨੂੰ ਆਪਣੀ ਸਿਫਤ ਸਲਾਹ ਦਾ ਆਹਰ ਬਖਸ਼, ਉਦਮ ਬਖਸ਼। ਆਹਰ ਦਾ ਮਤਲਬ ਉਦਮ, ਕਿ ਮੈਨੂੰ ਉਦਮ ਬਖਸ਼ ਕਿ ਮੈਂ ਤੇਰੇ ਗੁਣ ਗਾ ਸਕਾਂ, ਤੇਰੀ ਸਿਫਤ ਸਲਾਹ ਕਰ ਸਕਾਂ। ਹੁਣ ਇੱਥੇ ਸਾਡੇ ਜੀਵਨ ਦੀ ਪਲੈਨਿੰਗ ਹੈ ਕਿ ਅਸੀਂ ਕਰਨਾ ਕੀ ਹੈ। ਜ਼ਿੰਦਗੀ ਦੇ ਅੰਦਰ ਜਦੋਂ ਵੀ ਸਵੇਰੇ ਉੱਠਣਾ ਹੈ ਨਾ, ਰੋਜ਼ ਅਸੀਂ ਉੱਠਦੇ ਹਾਂ ਤੇ ਉਦਮ ਕਰਨਾ ਹੈ। ਟਾਈਮ ਦੇ ਨਾਲ ਉੱਠਣਾ ਹੈ ਔਰ ਉਦਮ ਕਰਨਾ ਹੈ, ਆਲਸ ਨਹੀਂ ਕਰਨਾ। ਕਿਉਂਕਿ ਆਲਸੀ ਇਨਸਾਨ ਜੀਵਨ ਦੇ ਅੰਦਰ ਕਦੇ ਵੀ ਕਾਮਯਾਬ ਨਹੀਂ ਹੁੰਦਾ। ਤਾਂ ਉਦਮ ਦੇ ਨਾਲ ਆਪਣਾ ਹਰ ਕੰਮ ਕਰਨਾ ਹੈ, ਨਿਤਨੇਮ ਕਰਨਾ ਹੈ ਔਰ ਇਸ਼ਨਾਨ ਪਾਨ ਕਰਨਾ ਹੈ, ਨਾਸ਼ਤਾ ਕਰਨਾ ਹੈ, ਘਰ ਦਾ ਜੋ ਸਾਫ ਸਫਾਈ ਕਰਨੀ ਹੈ, ਜੌਬ ਤੇ ਜਾਣਾ ਹੈ, ਦੁਕਾਨ ਕਰਨੀ ਹੈ, ਯਾਨੀ ਉਦਮ ਕਰਨਾ ਹੈ। ਉਦਮ ਹਰ ਕੰਮ ਵਾਸਤੇ ਉਦਮ। ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜੇ ਉਦਮ ਨਹੀਂ ਕਰੋਗੇ ਤਾਂ ਫਿਰ ਕੀ ਹੋਏਗਾ? ਹੌਲੇ ਹੌਲੇ ਕੰਮ ਇਕੱਠਾ ਹੁੰਦਾ ਜਾਏਗਾ ਤੇ ਉਹ ਤੁਹਾਨੂੰ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣੇਗਾ। ਕਈ ਬੰਦੇ ਹੁੰਦੇ ਨੇ, ਘਰ ਵਾਲੀ ਗਈ ਹੋਈ ਨਾ ਪੇਕੇ ਤੇ ਚਾਹ ਬਣਾ ਲਈ, ਸਬਜ਼ੀ ਬਣਾ ਲਈ, ਉਦੋਂ ਤੱਕ ਭਾਂਡੇ ਨਹੀਂ ਮਾਂਜਦੇ ਜਦੋਂ ਤੱਕ ਚਾਹ ਬਣਾਉਣ ਦੀ ਨੌਬਤ, ਕੜਾਈ ਦੇ ਵਿੱਚ ਚਾਹ ਬਣਾਉਣ ਦੀ ਨੌਬਤ ਨਾ ਆ ਜਾਏ, ਉਦੋਂ ਤੱਕ ਭਾਂਡੇ ਧਰੀ ਜਾਣਗੇ। ਤਾਂ ਹੁਣ ਸਿੰਕ ਇਕੱਠਾ ਮਾਂਜਣੇ ਤੇ ਫਿਰ ਪੈਣੇ ਨੇ। ਤੇ ਜੇ ਚਾਹ ਬਣਾ ਕੇ ਨਾਲ ਦੇ ਨਾਲ ਹੀ ਉਸ ਪਤੀਲੇ ਨੂੰ ਸਾਫ਼ ਕਰਕੇ ਕੱਪ ਧੋ ਕੇ ਨਾਲ ਦੇ ਨਾਲ ਹੀ ਰੱਖ ਦੋ ਤੇ ਗੜਬੜ ਨਹੀਂ ਨਾ ਹੋਏਗੀ। ਅੱਜ ਦਾ ਕੰਮ ਮਿਲਿਆ ਹੈ ਬੱਚੇ ਨੂੰ ਸਕੂਲ ਦਾ, ਉਹ ਨਾਲ ਦੇ ਨਾਲ ਆਪਣੇ ਕੰਮ ਨੂੰ ਨਿਬੇੜ ਦੇਵੇ। ਸਵੇਰੇ ਉਦਮ ਦੇ ਨਾਲ ਉੱਠ ਕੇ ਆਪਣੇ ਘਰ ਦੀ ਸਾਫ਼ ਸਫਾਈ ਹੈ, ਜੋ ਵੀ ਕੰਮ ਹੈ ਉਦਮ ਦੇ ਨਾਲ ਕਰ ਲੋਗੇ ਤਾਂ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਏਗੀ। ਤੇ ਨਾਲ ਕਰਨਾ ਕੀ ਹੈ? ਉਦਮ ਝੂਠ ਬੋਲਣ ਵਾਸਤੇ ਨਹੀਂ ਕਰਨਾ, ਈਰਖਾ ਵਾਸਤੇ ਨਹੀਂ ਕਰਨਾ। ਮੈਂ ਮਨ ਦੇ ਅੰਦਰ ਇਹ ਚਿਤਵਨੀ ਚਿੱਤਦਾ ਹਾਂ ਕਿ ਮੈਂ ਉੱਠ ਕੇ ਉਦਮ ਕਰਾਂ। ਤੇ ਕਰਨਾ ਕੀ ਹੈ? ਹਰ ਕੀਰਤਨ ਕਾ ਆਹਰੋ। ਕੀਰਤਨ ਦਾ ਮਤਲਬ ਸਿਫਤ ਸਲਾਹ, ਗੁਣ ਗਾਣੇ, ਗੁਣਾਂ ਦੇ ਧਾਰਨੀ ਹੋਣਾ। ਕਿ ਹੇ ਨਾਨਕ ਦੇ ਮਿੱਤਰ ਪ੍ਰਭੂ, ਮੈਨੂੰ ਇਹ ਉਦਮ ਬਖਸ਼ ਕਿ ਮੈਂ ਤੇਰੇ ਗੁਣਾਂ ਦਾ ਧਾਰਨੀ ਹੋਵਾਂ। ਗੁਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਣੀ ਹੈ। ਗੁਣ ਧਾਰਨ ਕਰਨ ਵਾਸਤੇ, ਗੁਣਾਂ ਮੁਤਾਬਕ ਜ਼ਿੰਦਗੀ ਜੀਣ ਵਾਸਤੇ ਉਦਮ ਕਰਨਾ ਹੈ। ਝੂਠ ਬੋਲਣ ਲਈ ਬਿਲਕੁਲ ਉਦਮ ਨਹੀਂ ਕਰਨਾ, ਈਰਖਾ ਲਈ ਬਿਲਕੁਲ ਉਦਮ ਨਹੀਂ ਕਰਨਾ। ਉਦਮ ਕਰਨਾ ਹੈ ਸੱਚ ਬੋਲਣ ਲਈ, ਇਨਸਾਨੀਅਤ ਵਾਸਤੇ, ਪਿਆਰ ਵਾਸਤੇ, ਨਿਰਭੈਤਾ ਲਈ, ਨਿਰਵੈਰਤਾ ਲਈ, ਔਰ ਆਪਣੇ ਜਿੰਨੇ ਵੀ ਕੰਮ ਨੇ, ਕਿਰਤਕਾਰ ਹੈ, ਉਹਦੇ ਵਿੱਚ ਉਦਮ ਕਰਨਾ ਹੈ। ਪਰ ਉਹ ਸਾਰਾ ਬੇਸ ਗੁਣਾਂ ਦੇ ਉੱਤੇ ਹੋਵੇ। ਗੁਣੀ ਜ਼ਿੰਦਗੀ ਜੀਣ ਦਾ ਉਦਮ ਬਖਸ਼ ਮੈਨੂੰ ਕਿ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾ। ਮਹਿਲਾ ਪੰਜਵਾਂ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰੱਤਾ ਮੂਲ। ਦ੍ਰਿਸ਼ਟ ਧਾਰ ਦਾ ਮਤਲਬ ਰਹਿਮਤ ਕਰਕੇ, ਪ੍ਰਭ ਦਾ ਮਤਲਬ ਪ੍ਰਭੂ ਨੇ, ਰਾਖਿਆ ਤੋਂ ਭਾਵ ਰੱਖਿਆ ਕੀਤੀ। ਮੂਲ ਦਾ ਮਤਲਬ ਮੂਲ ਵਿੱਚ। ਮਨ ਤਨ ਰੱਤਾ ਦਾ ਮਤਲਬ ਉਹਦਾ ਤਨ ਔਰ ਮਨ ਰੰਗਿਆ ਰਹਿੰਦਾ ਹੈ ਪਿਆਰ ਵਿੱਚ। ਕਿਹਦੇ ਪਿਆਰ ਵਿੱਚ? ਮੂਲ ਵਿੱਚ। ਮੂਲ ਦਾ ਮਤਲਬ ਸਾਡਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਰੇ ਸੰਸਾਰ ਦਾ ਮੂਲ ਜੋ ਹੈ ਰੱਬ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਪਿਆਰ ਦੀ ਦ੍ਰਿਸ਼ਟੀ ਨਾਲ ਰਹਿਮਤ ਕਰਕੇ ਵਿਕਾਰਾਂ ਤੋਂ ਬਚਾਇਆ, ਉਹਨਾਂ ਦਾ ਤਨ ਵੀ ਔਰ ਉਹਨਾਂ ਦਾ ਮਨ ਵੀ ਜਿਹੜਾ ਹੈ ਉਹ ਪ੍ਰਭੂ ਦੇ ਪਿਆਰ ਦੇ ਅੰਦਰ ਰੰਗਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਜਿਨ੍ਹਾਂ ਦੇ ਉੱਤੇ ਪ੍ਰਭੂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਵਿਕਾਰਾਂ ਤੋਂ ਬਚਾ ਲਿਆ। ਯਾਨੀ ਪ੍ਰਭੂ ਦੀ ਰਹਿਮਤ ਦਾ ਜੇ ਪਾਤਰ ਬਣੋਗੇ ਤੇ ਵਿਕਾਰਾਂ ਤੋਂ ਬਚੇ ਰਹੋਗੇ। ਰੱਬ ਦੀ ਰਹਿਮਤ ਦੀ ਇਹ ਨਿਸ਼ਾਨੀ ਹੈ
कि वो बंदे दा मन और तन प्रभु दे प्रेम अंदर रंगिया रहेगा। नानक जो प्रभ भाणिया मरो विचारी सूल। इनू मरो नहीं पढ़ना, मरो। मरो दा मतलब मर जांदी है। सूल दा मतलब हुंदा है पीड़ा, दर्द। सूल भाणिया दा मतलब जो जीव इस्त्री प्रभु नू प्यारी लगदी है, भा गई। इस हालात विच जो जीव इस्त्रियां प्रभु नू भा जांदियां ने, उन्हां दी विचारी सूल पीड़ा जिहड़ी है वो मर जांदी है। तिनकी गई बलाए मिटे अंदेसिया, पिछे बला कह के ना पीड़ा मुसीबत, उन्हां दी जिंदगी दी पीड़ा मर जांदी है। उन्हां दे जीवन दे विच दुख दर्द रहिंदे ही नहीं। हुण जिहड़ी चीज मर जाए ना, वो दोबारा जिंदा नहीं हुंदी। पीड़ा मरण दा मतलब कि उन्हां दी जिहड़ी पीड़ा है वो बिल्कुल मर ही जाती है। उन्हां दी पीड़ा रह ही नहीं जाती। उन्हां दी पीड़ा सदा सदा वास्ते खत्म हो गई। और जिन्हां दा मन और तन प्रभु दे प्रेम दे अंदर रंगिया गया, उन्हां दी पीड़ा मर गई, खत्म हो गई, सदा वास्ते खत्म हो जाती। पौड़ी जी की बिरथा होए सो गुर पह अरदास कर। बिरथा दा मतलब व्यथा। व्यथा दा मतलब पीड़, दुख। पहला बला क्या है, फिर सूल क्या है, इत्थे बिरथा कह रहे हैं। बिरथा दा मतलब इत्थे है दुख दर्द पीड़, जो भी तेरी जरूरत है। सो गुर पह अरदास कर। दिल दा जो दुख है वो अपने सतगुर दे अगे बेनती करके दस। गुरु अगे अरदास कर, दुख वास्ते गुरु दे अगे अरदास कर कि ए मेरा दुख है। ते गुरु ने फिर सानू ज्ञान दी दात देनी है। गुरु फिर सानू उस दुख तो बचन दा ढंग दसेगा, तरीका दसेगा। गुरु सानू ये दसेगा कि दुख दा कारण की है, दुख आया क्यों है, और इस दुख दी निवृत्ति की है, दुख नू दूर करन दा साधन की है। इसलिए जिंदगी दे अंदर जो दुख दर्द ने, गुरु अगे अरदास करनी है। भाव गुरु दे ज्ञान राही सानू दुखां दे रीजन दा पता लगेगा, और गुरु दे ज्ञान राही असी उन्हां दुखां तो छुटकारा पा सकांगे। इसलिए गुरु अगे अरजोई कर। दुखां तो बचन लई बाबियां कोल ना तुरया फिर, दुखां तो बचन लई मड़ियां कबरां अगे ना झुकदा फिर, जोतियां अगे ना जा, गुरु अगे अरदास कर। छोड़ सियाणप सगल मन तन अरप धर। अरप धर दा मतलब हवाले कर दे। ते अरदास करन दा भाव दसदे ने भी किवें अरदास करनी है। छोड़ सियाणप सगल, सियाणपां छड्ड दे। सियाणपां दा मतलब इत्थे है चतुराई। छोड़ सियाणप सगल, अपनियां सारियां चतुराइयां छड्ड। मन तन अरप धर, और मन और तन गुरु दे अगे अर्पण कर दे। यानी चलाकियां छड्ड और मन तन गुरु अगे अर्पण कर। हुण ये चीज समझण वाली है। मन तन अर्पण का मतलब है कि जो सोच है मन के अंदर वो भी गुरु वाली हो जाए। तन अर्पण का मतलब तन करके जो असीं काम करते हैं वो भी गुरमत आशे अनुसार होण। अखां नाल असीं वेखना की है, कन्नां नाल सुनना की है, जो असीं 6 गल्लां दी सांझ पांदे हुंदे आ। तन नाल कर्म गुरु वाले करने, मन दे अंदर सोच भी गुरु वाली होनी, ते चतुराइयां छड्ड देणीआं। चतुराई किहनूं कहिंदे ने कि बाहरों बंदा होर कुछ बोल रहा है पर अंदर उहदे सोच माड़ी है, इहनूं कहंदे ने चतुराई। करना कुछ होर ते विखाना कुछ होर। पीणियां शराबां ते आण के अरदास करनी भी सच्चे पातशाह मैनूं ठीक कर। हुण चतुराई बंदा कर रहा ना, कि किडनी खराब ते होनी है, हुण लीवर खराब तां होएगा, तां इत्थे चलाकी छड्डनी चाहिदी है ना। चलाकी नहीं, अंदरों बाहरों एक हो, गुरु दे दसे राहां दे उत्ते तुरन दा यतन कर, और मन तन करके समर्पण कर। पूजो हो गुर के पैर, दुरमत जाए जर। दुरमत दा मतलब भैड़ी मत, जाए जर दा मतलब जर जांदी है, सड़ जांदी है। गुरु दे पैर पूज। हुण गुरु दे पैर पूजन दा मतलब है, भाव अर्थ कि गुरु दे दसे राहां ते तुर, गुरु दी मत दा धारनी बन। जिन्हां राहां ते गुरु जी कहंदे ने उन्हां राहां दे उत्ते तुर, गुरु दी सेवा कर, यानी गुरु दे रजा विच तुर।
ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਕੀ ਹੋਏਗਾ? ਦੁਰਮਤ ਜਾਏ ਜਰ। ਦੁਰਮਤ ਜਿਹੜੀ ਖੋਟੀ ਮੱਤ ਹੈ ਉਹ ਸੜ ਜਾਏਗੀ, ਖੋਟੀ ਮੱਤ ਖਤਮ ਹੋ ਜਾਏਗੀ। ਤੇ ਜਦੋਂ ਖੋਟੀ ਮੱਤ ਖਤਮ ਹੋਵੇਗੀ ਉਦੋਂ ਬੰਦਾ ਕੰਮ ਚੰਗੇ ਕਰੇਗਾ, ਤੇ ਕੰਮ ਚੰਗੇ ਕਰੇਗਾ, ਜਿਹੜੇ ਮਾੜੇ ਕੰਮਾਂ ਕਰਕੇ ਦੁੱਖ ਆਉਂਦੇ ਸਨ ਉਹ ਦੁੱਖ ਖਤਮ ਹੋ ਜਾਣਗੇ। ਇਸ ਲਈ ਗੁਰੂ ਜੀ ਦੁੱਖਾਂ ਦਾ ਇਲਾਜ ਵੀ ਇਸ ਤਰ੍ਹਾਂ ਕਰਨਗੇ ਕਿ ਦੁਰਮਤ ਸਾਡੀ ਖੋਟੀ ਮੱਤ ਖਤਮ ਹੋ ਜਾਏਗੀ। ਸਾਧ ਜਨਾ ਕੈ ਸੰਗ ਭਵਜਲ ਬਿਖਮ ਤਰ। ਬਿਖਮ ਦਾ ਮਤਲਬ ਔਖਾ, ਜਿਹਨੂੰ ਤਰਨਾ ਬੜਾ ਔਖਾ ਹੈ। ਸਾਧ ਜਨਾ ਕੇ ਸੰਗ ਦਾ ਮਤਲਬ ਜੋ ਗੁਰਮੁਖ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੇ, ਉਹਨਾਂ ਦੀ ਸੰਗਤ ਕੀਤਿਆਂ ਜਿਹੜਾ ਭਵਜਲ ਨੂੰ ਤਰਨਾ ਬਹੁਤ ਔਖਾ ਹੈ ਉਹਨੂੰ ਬੰਦਾ ਬੜੀ ਆਸਾਨੀ ਦੇ ਨਾਲ ਤਰ ਜਾਂਦਾ ਹੈ। ਹੁਣ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਇੱਕ ਵੈਤਰਨੀ ਨਦੀ ਹੈ, ਉਹਨੂੰ ਤਰਨਾ ਹੈ, ਨਰਕਾਂ ਤੋਂ ਬਚਣਾ ਦਾ ਕਈ ਕੁਛ ਲੋਕੀ ਸੋਚਦੇ ਨੇ। ਪਰ ਭਵਜਲ ਵਾਸਤਵ ਦੇ ਵਿੱਚ ਕੀ ਹੈ? ਆ ਜਿੰਨੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ ਹੈ, ਈਰਖਾ, ਦਵੈਸ਼, ਵੈਰ, ਵਿਰੋਧ ਨੇ, ਇਹ ਸਾਰਾ ਭਵਜਲ ਹੀ ਤੇ ਹੈ। ਘੁੰਮਣ ਘੇਰੀਆਂ, ਨੈਗੇਟਿਵਿਟੀ, ਨਕਾਰਾਤਮਕ ਸੋਚ, ਪਾਪ, ਅਪਰਾਧ, ਇਹਨਾਂ ਦੇ ਅੰਦਰ ਬੰਦਾ ਫਸਿਆ ਹੋਇਆ। ਤੇ ਇਸ ਭਵਜਲ ਦੇ ਵਿੱਚੋਂ ਬੰਦਾ ਕਿਵੇਂ ਤਰਦਾ ਹੈ? ਜਦੋਂ ਗੁਰਮੁਖਾਂ ਦੀ ਸੰਗਤ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹਨਾਂ ਦੀ ਸੰਗਤ ਕੀਤਿਆਂ ਇਸ ਭਵਜਲ ਨੂੰ ਬੜੀ ਆਸਾਨੀ ਦੇ ਨਾਲ ਬੰਦਾ ਤਰ ਜਾਂਦਾ ਹੈ, ਵਿਕਾਰਾਂ ਚੋਂ ਬੰਦਾ ਬਾਹਰ ਨਿਕਲ ਜਾਂਦਾ। ਸੇਵਹੁ ਸਤਿਗੁਰ ਦੇਵ ਅੱਗੇ ਨਾ ਮਰਹੁ ਡਰ। ਜੇ ਤੁਸੀਂ ਗੁਰੂ ਦੀ ਸੇਵਾ ਕਰੋਗੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰੋਗੇ, ਅੱਗੇ ਨਾ ਮਰੋ ਡਰ। ਅੱਗੇ ਦਾ ਮਤਲਬ ਜਿਹੜਾ ਆਉਣ ਵਾਲਾ ਸਮਾਂ ਹੈ, ਭਵਿੱਖ, ਉਹਦੇ ਵਿੱਚ ਤੁਹਾਨੂੰ ਕੋਈ ਡਰ ਵੀ ਨਹੀਂ ਰਹੇਗਾ ਤੇ ਆਤਮਕ ਮੌਤ ਤੇ ਵੀ ਨਹੀਂ ਮਰੋਗੇ। ਜਿਵੇਂ ਅਸੀਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ, ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਈਹਾਂ ਦਾ ਮਤਲਬ ਇੱਥੇ ਵਰਤਮਾਨ ਕਾਲ ਵਿੱਚ ਜੇ ਰੱਬੀ ਗੁਣਾਂ ਦਾ ਲਾਹਾ ਖੱਟ ਕੇ ਚੱਲੋ ਦਾ ਮਤਲਬ ਜੇ ਜੀਵਨ ਜੀਵੋਗੇ। ਆਗੇ ਬਸਨ ਸੁਹੇਲਾ ਦਾ ਮਤਲਬ ਫਿਊਚਰ ਵਿੱਚ ਸੁਖੀ ਰਹੋਗੇ। ਜੇ ਤੁਸੀਂ ਆਪਣੇ ਕੱਲ ਨੂੰ ਸ਼ਾਂਤ ਬਣਾਉਣਾ ਚਾਹੁੰਦੇ ਹੋ, ਸੁਖਮਈ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਚੰਗੇ ਕੰਮ ਕਰੋ, ਅੱਜ ਚੰਗੀ ਸੋਚ ਪੈਦਾ ਕਰੋ, ਕਿਉਂਕਿ ਕੱਲ ਜਿਹੜਾ ਹੈ ਉਹਨੇ ਅੱਜ ਬਣ ਜਾਣਾ ਹੈ। ਅੱਜ ਜੋ ਕੁਝ ਕਰੋਗੇ ਉਹਦਾ ਰਿਜ਼ਲਟ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਨਿਕਲਣਾ ਹੁੰਦਾ ਹੈ। ਇਸ ਲਈ ਜੇ ਆਪਣੇ ਭਵਿੱਖ ਨੂੰ ਉਜਵਲ ਬਣਾਉਣਾ ਚਾਹੁੰਦੇ ਹੋ, ਸੁਖੀ ਔਰ ਸ਼ਾਂਤ ਕਰਨਾ ਚਾਹੁੰਦੇ ਹੋ, ਤਾਂ ਜੋ ਅੱਜ ਹੈ, ਵਰਤਮਾਨ ਹੈ, ਇਹਨੂੰ ਚੰਗਾ ਬਣਾਓ, ਇੱਥੇ ਖੁਸ਼ ਰਹੋ, ਪ੍ਰਸੰਨ ਰਹੋ, ਕੱਲ ਆਉਣ ਵਾਲਾ ਚੰਗਾ ਹੋਏਗਾ। ਤੇ ਜੇ ਅੱਜ ਈਰਖਾ ਕਰੋਗੇ, ਦਵੈਸ਼ ਕਰੋਗੇ, ਵੈਰ ਵਿਰੋਧ ਕਮਾਓਗੇ, ਤੇ ਕੱਲ ਜਿਹੜਾ ਹੈ ਆਉਣ ਵਾਲਾ ਸਮਾਂ ਹੈ ਉਹ ਸੁਖੀ ਨਹੀਂ ਹੋਏਗਾ, ਉਹਦੇ ਵਿੱਚ ਤੁਹਾਨੂੰ ਦੁੱਖ ਹੋਏਗਾ ਔਰ ਬੀਤ ਗਏ ਸਮੇਂ ਦੇ ਪਛਤਾਵੇ ਹੋਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰੋਗੇ, ਅੱਗੇ ਦਾ ਮਤਲਬ ਆਉਣ ਵਾਲੇ ਸਮੇਂ ਵਿੱਚ, ਭਵਿੱਖ ਦੇ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਡਰ ਨਹੀਂ ਹੋਏਗਾ, ਡਰ ਡਰ ਕੇ ਮਰੋਗੇ ਨਹੀਂ, ਤੁਹਾਡੇ ਜੀਵਨ ਵਿੱਚ ਚਿੰਤਾਵਾਂ ਨਹੀਂ ਹੋਣਗੀਆਂ ਔਰ ਫਿਕਰ ਆਦਿਕ ਨਹੀਂ ਹੋਣਗੇ, ਆਤਮਿਕ ਮੌਤ ਨਹੀਂ ਹੋਵੇਗੀ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਖਿਨ ਮਹਿ ਕਰੇ ਨਿਹਾਲ ਊਣੇ ਸੁਭਰ ਭਰ। ਸੁਭਰ ਦਾ ਮਤਲਬ ਚੰਗੀ ਤਰ੍ਹਾਂ, ਨਕਾ ਨਕ। ਭਰ ਦਾ ਮਤਲਬ ਭਰ ਦਿੰਦਾ ਹੈ, ਊਣੇ ਦਾ ਮਤਲਬ ਸਖਣੇ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜੇ ਜਾਓ ਨਾ, ਤਾਂ ਗੁਰੂ ਗੁਣਾ ਤੋਂ ਸਖਣੇ ਬੰਦਿਆਂ ਨੂੰ ਗੁਣਾ ਦੇ ਨਾਲ ਨਕਾ ਨਕ ਭਰ ਦਿੰਦਾ ਹੈ। ਜਿਵੇਂ ਨਲਕਾ ਚੱਲ ਰਿਹਾ ਹੋਵੇ ਤੇ ਪਾਣੀ ਦਾ ਘੜਾ ਲੈ ਜਾਓ, ਖਾਲੀ ਘੜਾ ਲੈ ਜਾਓ ਤੇ ਨਲਕੇ ਅੱਗੇ ਰੱਖ ਕੇ ਟੂਟੀ ਚਲਾ ਦਿਓ, ਪਾਣੀ ਚਲਾਓ ਤੇ ਨਕਾ ਨਕ ਭਰ ਲਿਓ। ਜਿਹੜੇ ਸਖਣੇ ਇਨਸਾਨ ਨੇ ਗੁਣਾ ਤੋਂ, ਜਿਨ੍ਹਾਂ ਦੇ ਅੰਦਰ ਕੋਈ ਗੁਣ ਨਹੀਂ, ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਣ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣ, ਤਾਂ ਗੁਰੂ ਗੁਣਾ ਤੋਂ ਸਖਣਿਆਂ ਨੂੰ ਐ ਨਕਾ ਨਕ ਭਰ ਦਿੰਦਾ ਹੈ। ਉਹਨਾਂ ਦੇ ਅੰਦਰ ਅਨੰਤ ਗੁਣ ਪੈਦਾ ਹੋ ਜਾਂਦੇ ਨੇ। ਤਾਂ ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਗੁਣ ਹੋਣ, ਅਸੀਂ ਸੁਖ ਔਰ ਸ਼ਾਂਤੀ ਦੇ ਨਾਲ ਨਕਾ ਨਕ ਭਰੇ ਹੋਈਏ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ। ਔਰ ਹਕੀਕਤ ਹੈ, ਇਤਿਹਾਸ ਗਵਾਹ ਹੈ, ਸ਼ੇਖ ਸੱਜਣ ਗੁਣਾ ਤੋਂ ਸਖਣਾ ਹੀ ਸੀ।
ਔਗਣਾਂ ਦੇ ਨਾਲ ਭਰਿਆ ਸੀ। ਰਾਹਗੀਰਾਂ ਨੂੰ ਲੁੱਟਣਾ, ਲੋਕਾਂ ਨੂੰ ਕਤਲ ਕਰਨਾ, ਲਾਸ਼ਾਂ ਵੀ ਖੁਰਦ-ਬੁਰਦ ਕਰ ਦੇਣੀ, ਖਾਲੀ ਗੁਣਾਂ ਤੋਂ ਸੱਖਣਾ। ਇੱਕ ਪਲ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਣਾਂ ਦੇ ਨਾਲ ਭਰ ਦਿੱਤਾ। ਉਹਦਾ ਕਤਲਗਾਹ ਗੁਰਦੁਆਰਾ ਬਣ ਗਿਆ। ਉਹ ਡਾਕੂ ਔਰ ਡਕੈਤ ਤੋਂ ਗੁਰੂ ਕਾ ਭਾਈ ਬਣ ਗਿਆ। ਇਨਸਾਨੀਅਤ ਪੈਦਾ ਹੋ ਗਈ। ਖਿਨ ਮਹਿ ਕਰੇ ਨਿਹਾਲ ਓਣੇ ਸੁਪਰ ਭਰ, ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ। ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ, ਜੇ ਆਪਣੀ ਸੋਚ ਦੇ ਅੰਦਰ ਵਸਾ ਲਈਏ। ਸਦਾ ਦਾ ਮਤਲਬ ਹਰ ਸਮੇਂ, ਹਰ ਦਾ ਮਤਲਬ ਰੱਬੀ ਗੁਣ। ਜੇ ਰੱਬ ਨੂੰ ਆਪਣੇ ਮਨ ਦੇ ਅੰਦਰ ਵਸਾ ਲਈਏ, ਧਿਆਨ ਵਿੱਚ ਆਪਣੀ ਸੋਚ ਅੰਦਰ ਵਸਾ ਲਈਏ, ਤਾਂ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਹੈ, ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਜੋ ਕੁਝ ਵੀ ਹੈ ਉਹਦੇ ਅੰਦਰ ਹੀ ਬੰਦਾ ਸੰਤੁਸ਼ਟ ਹੁੰਦਾ ਹੈ, ਉਹਦੇ ਵਿੱਚ ਹੀ ਬੰਦਾ ਖੁਸ਼ੀ ਮਾਣਦਾ ਹੈ। ਉਸ ਬੰਦੇ ਦੇ ਅੰਦਰੋਂ ਤ੍ਰਿਸ਼ਨਾ ਔਰ ਲਾਲਚ ਖਤਮ ਹੋ ਜਾਂਦੇ ਨੇ, ਜਿਸ ਦੇ ਮਨ ਦੇ ਅੰਦਰ ਰੱਬ ਵਸ ਜਾਏ। ਰੱਬ ਵਸਣ ਦਾ ਮਤਲਬ ਜਿਹਦੇ ਮਨ ਦੇ ਅੰਦਰ ਰੱਬੀ ਗੁਣ ਵਸ ਗਏ ਨੇ। ਰੱਬ ਔਰ ਰੱਬ ਦੇ ਗੁਣ ਇੱਕੋ ਹੀ ਨੇ। ਜਦੋਂ ਰੱਬੀ ਗੁਣ ਹਿਰਦੇ ਵਿੱਚ ਵਸ ਜਾਣ ਤਾਂ ਮਨ ਸੰਤੋਖੀ ਹੋ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ। ਕਰਮ ਦਾ ਮਤਲਬ ਬਖਸ਼ਿਸ਼, ਧੁਰ ਦਾ ਮਤਲਬ ਸ਼ੁਰੂ ਤੋਂ। ਤਾਂ ਗੁਰੂ ਦੀ ਸੇਵਾ ਵਿੱਚ ਵੀ ਉਹ ਮਨੁੱਖ ਲੱਗਦਾ ਹੈ ਜਿਸ ਦੇ ਉੱਤੇ ਬਖਸ਼ਿਸ਼ ਹੈ, ਯਾਨੀ ਜੋ ਬਖਸ਼ਿਸ਼ ਦਾ ਪਾਤਰ ਹੈ। ਹੁਣ ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ ਹੈ, ਬਖਸ਼ਿਸ਼ ਨੂੰ ਪਾਣਾ ਹੈ। ਬਖਸ਼ਿਸ਼ ਹੋ ਰਹੀ ਹੈ ਹਰ ਇੱਕ ਦੇ ਉੱਤੇ, ਹਰ ਸਮੇਂ ਹੋ ਰਹੀ ਹੈ। ਆ ਦਿਸਦਾ ਸਾਰਾ ਸੰਸਾਰ ਇਹ ਰੱਬ ਦੀ ਰਹਿਮਤ ਹੀ ਹੈ, ਰੱਬ ਦੀ ਕਿਰਪਾ ਹੀ ਹੈ। ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਧਨ ਦੌਲਤ, ਸ਼ਰੀਰ ਔਰ ਅਖੰਡ ਮੰਡਲ ਬ੍ਰਹਿਮੰਡ, ਅਨੰਤ ਆਕਾਸ਼ ਗੰਗਾਵਾਂ, ਇਹ ਸਾਰੀ ਰੱਬ ਦੀ ਰਹਿਮਤ ਹੀ ਤੇ ਹੈ। ਸੂਰਜ ਚੰਦਰਮਾ ਆਦਿ, ਬਸ ਇਸ ਰਹਿਮਤ ਨੂੰ ਵਰਤਣਾ ਹੈ। ਰੱਬ ਨੇ ਦਿਮਾਗ ਦਿੱਤਾ ਹੈ, ਰੱਬ ਦੀ ਰਹਿਮਤ ਹੀ ਤੇ ਹੈ। ਰੱਬ ਨੇ ਸਾਡੇ ਅੰਦਰ ਗੁਣ ਪੈਦਾ ਕੀਤੇ ਨੇ, ਸਤ ਸੰਤੋਖ ਔਗਣ ਨਹੀਂ ਪੈਦਾ ਕੀਤੇ। ਅਸੀਂ ਉਸ ਰਹਿਮਤ ਨੂੰ ਵਰਤਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਤੇ ਜੋ ਸੋ ਲੱਗਾ ਸਤਿਗੁਰ ਸੇਵ, ਉਹ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ ਜਿਸ ਤੇ ਰਹਿਮਤ ਹੁੰਦੀ ਹੈ, ਜੋ ਇਸ ਰਹਿਮਤ ਦਾ ਪਾਤਰ ਬਣਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆ। ਸੁਥਾਨ ਦਾ ਮਤਲਬ ਚੰਗਾ ਥਾਂ, ਚੰਗਾ ਟਿਕਾਣਾ। ਲਗੜੀ ਦਾ ਮਤਲਬ ਲੱਗ ਗਈ। ਜੋੜਨ ਹਾਰੇ ਦਾ ਮਤਲਬ ਜੋੜਨ ਵਾਲੇ ਪ੍ਰਭੂ ਨੇ। ਜੋੜੀਆ ਦਾ ਮਤਲਬ ਜੋੜੀ ਹੈ। ਚੰਗੇ ਟਿਕਾਣੇ ਤੇ ਮੇਰੀ ਪ੍ਰੀਤ ਲੱਗ ਗਈ ਹੈ ਤੇ ਜੋੜਨ ਹਾਰੇ ਪ੍ਰਭੂ ਨੇ ਇਹ ਪ੍ਰੀਤ ਜੋੜ ਦਿੱਤੀ ਹੈ। ਤੇ ਚੰਗਾ ਟਿਕਾਣਾ ਕਿਹੜਾ ਹੈ? ਰੱਬੀ ਗੁਣ, ਰੱਬ ਦੀ ਰਜ਼ਾ, ਪ੍ਰਭੂ ਦਾ ਪਿਆਰ, ਗੁਰੂ ਦੀ ਪਾਵਨ ਬਾਣੀ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਤਾਂ ਮੇਰੀ ਜੋ ਪ੍ਰੀਤ ਹੈ ਪ੍ਰਭੂ ਪਿਆਰੇ ਦੇ ਚਰਨਾਂ ਵਿੱਚ ਲੱਗ ਗਈ ਹੈ, ਗੁਰੂ ਦੀ ਵਿਚਾਰਧਾਰਾ ਦੇ ਨਾਲ ਲੱਗ ਗਈ ਹੈ, ਔਰ ਇਹ ਟਿਕਾਣੇ ਤੇ ਲੱਗੀ ਹੈ। ਬਿਲਕੁਲ ਸਹੀ ਟਿਕਾਣਾ ਹੈ, ਕਿਉਂਕਿ ਪ੍ਰੀਤ ਦੁਨੀਆ ਨਾਲ ਵੀ ਲੱਗ ਜਾਂਦੀ ਹੈ, ਕਾਮ ਨਾਲ, ਕ੍ਰੋਧ ਨਾਲ ਵੀ ਲੱਗਦੀ ਹੈ, ਚੋਰਾਂ ਠੱਗਾਂ ਨਾਲ ਵੀ ਪ੍ਰੀਤ ਬਣ ਸਕਦੀ ਹੈ। ਪਰ ਮੇਰੀ ਪ੍ਰੀਤ ਪ੍ਰਭੂ ਦੇ ਚਰਨਾਂ ਵਿੱਚ ਲੱਗੀ, ਇਸ ਸਹੀ ਟਿਕਾਣੇ ਤੇ ਲੱਗੀ। ਜੋੜਨ ਹਾਰੇ ਪ੍ਰਭੂ ਨੇ ਆਪ ਜੋੜੀ ਹੈ। ਤਾਂ ਇਹਦਾ ਭਾਵ ਇਹ ਹੈ ਕਿ ਅਸੀਂ ਆਪਣੀ ਪ੍ਰੀਤ ਰੱਬੀ ਗੁਣਾਂ ਦੇ ਨਾਲ ਬਣਾਉਣੀ ਹੈ। ਆਪਣੀ ਪ੍ਰੀਤ ਦਾ ਬੇਸ ਰੱਬੀ ਗੁਣਾਂ ਨੂੰ ਬਣਾਉਣਾ ਹੈ। ਤੇ ਜੇ ਰੱਬੀ ਗੁਣਾਂ ਦੇ ਨਾਲ ਸਾਡੀ ਪ੍ਰੀਤ ਬਣ ਜਾਏ, ਰੱਬ ਨਾਲ ਪ੍ਰੀਤ ਬਣ ਜਾਏ, ਤਾਂ ਫਿਰ ਹਰ ਇਨਸਾਨ ਦੇ ਨਾਲ ਸਾਡਾ ਪਿਆਰ ਬਣ ਜਾਏ। ਮੈਂ ਕਹਾਂ ਕਿ ਮੈਂ ਰੱਬ ਨਾਲ ਪਿਆਰ ਕਰਨਾ, ਰੱਬ ਨਾਲ ਮੇਰੀ ਪ੍ਰੀਤ ਹੈ, ਤਾਂ ਫਿਰ ਕੀ ਮੈਂ ਤੁਹਾਡੇ ਨਾਲ ਨਫ਼ਰਤ ਕਰ ਸਕਦਾ ਹਾਂ? ਬਿਲਕੁਲ ਵੀ ਨਹੀਂ, ਕਿਉਂਕਿ ਘੱਟ ਮੈਂ ਹਰ ਜੂ ਬਸੈ। ਰੱਬ ਨੂੰ ਮੰਨਣ ਵਾਲੇ ਨੂੰ ਪਤਾ ਹੈ ਕਿ ਹਰ ਹਿਰਦੇ ਵਿੱਚ ਵਸ ਰਿਹਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਜੇ ਮੇਰੀ ਪ੍ਰੀਤ ਐਨ ਟਿਕਾਣੇ ਲੱਗੀ ਹੋਵੇ, ਰੱਬ ਨਾਲ ਹੋਵੇ, ਤਾਂ ਫਿਰ ਮੇਰੀ ਕਿਸੇ ਨਾਲ ਈਰਖਾ ਰਹਿਣੀ ਨਹੀਂ। ਫਿਰ ਮੇਰੀ ਇਨਸਾਨੀਅਤ ਨਾਲ ਪ੍ਰੀਤ ਬਣੇਗੀ, ਗੁਣਾਂ ਨਾਲ ਪ੍ਰੀਤ ਬਣੇਗੀ। ਫਿਰ ਮੈਂ ਹਰ ਇਨਸਾਨ ਦੇ ਨਾਲ ਵੀ ਪਿਆਰ ਕਰਾਂਗਾ, ਦੁਨੀਆ ਨਾਲ ਪਿਆਰ ਕਰਾਂਗਾ, ਮਨੁੱਖ ਮਾਤਰ ਨਾਲ, ਪਸ਼ੂ ਪੰਛੀਆਂ ਨਾਲ, ਵਨਸਪਤੀ ਨਾਲ। ਫਿਰ ਮੇਰੇ ਅੰਦਰੋਂ ਪਿਆਰ ਦੇ ਝਰਨੇ ਫੁੱਟਣਗੇ।
नानक लहरी लख सह आन, नानक ते थोड़ा जा रुक जाना है, आन ते जाके विश्राम देना है। नानक लहरी लख सह आन, डुबन दे ना मां पिरी। इनू मां नहीं पढ़ना, मां, मां का मतलब मेरा, मां पिरी का मतलब मेरा प्यारा। लहरी नहीं पढ़ना, इनू पढ़ना है लहरी। लहरी का मतलब लहरा, सै का मतलब सैकड़े, आन का मतलब होर। गुरु जी कहते ने जगत विच सैकड़े ते लखां होर लहरां बेशक आउण, काम क्रोध लोभ मोह हंकार दीआं लहरां आउण, गैर इंसानियत दा लहरां आउण, नैगेटिविटी दीआं लहरां आउण, पापां अपराधां दीआं लहरां आउण, डुबण दे ना मां पिरी, मेरा प्यारा मैनू उन्हां लहरां विच डुबण नहीं दिंदा। क्योंकि मेरी प्रीत टिकाणे ते लग गई है ना, लगड़ी सुथान जोड़न हारे जोड़िया, मेरी प्रीत टिकाणे ते लग गई है, रब दे नाल लग गई, गुणा नाल लग गई। ते जदों प्रीत ही गुणा नाल लग गई ते लखां लहरां आउण काम क्रोध दीआं आई जाण, मेरे अंदर लहर ही नहीं आनी, मैं ਉਹਦੇ ਵਿੱਚ ਡੁੱਬਣਾ ਹੀ ਨਹੀਂ, ਮੇਰਾ ਉਹਦੇ ਨਾਲ ਕੋਈ ਤਾਲਮੇਲ ਹੀ ਨਹੀਂ ਹੈ। ਸੱਚ ਜਿਹਦੇ ਅੰਦਰ ਹੈ ਉਹ ਝੂਠ ਵਿੱਚ ਕਿਵੇਂ ਡੁੱਬੇਗਾ? ਜਿਸ ਦੇ ਅੰਦਰ ਪ੍ਰੇਮ ਹੈ ਉਹ ਈਰਖਾ ਵਿੱਚ ਕਿਵੇਂ ਡੁੱਬੇਗਾ? ਜਿਸ ਦੇ ਅੰਦਰ ਦਇਆ ਹੈ ਉਹ ਕਠੋਰਤਾ ਦੇ ਅੰਦਰ ਕਿਵੇਂ ਡੁੱਬੇਗਾ? ਤਾਂ ਇਹਦਾ ਭਾਵ ਜੇ ਅਸੀਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਪ੍ਰੀਤ ਬਾਣੀ ਨਾਲ ਲਾਣੀ ਚਾਹੀਦੀ ਹੈ, ਗੁਰੂ ਦੇ ਗੁਣਾਂ ਨਾਲ ਲਾਣੀ ਚਾਹੀਦੀ ਹੈ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾਉਣਾ ਚਾਹੀਦਾ ਹੈ। ਗੁਰੂ ਦਾ ਦਿੱਤਾ ਵੇ ਆਫ ਲਾਈਫ ਸਾਨੂੰ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਣ ਨਹੀਂ ਦੇਵੇਗਾ। ਜਿੰਨੀ ਮਰਜ਼ੀ ਨੈਗੇਟਿਵਿਟੀ ਦੀ ਹਵਾ ਵਗਦੀ ਹੋਵੇ, ਕੰਨੀ ਬੁੱਝੇ ਦੇ ਰਹਾ ਕਿੱਤੀ ਵਗੇ ਪਾਉ। ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲੈ ਅਸੰਤ, ਮਲਿਆਗਰ ਭੁਜੰਗਮ ਬੇੜਿਓ ਤਾਂ ਸ਼ੀਤਲਤਾ ਨਾ ਤਜੰਤ। ਬੇਸ਼ੱਕ ਚੰਦਨ ਦੇ ਰੁੱਖ ਨੂੰ ਸੱਪ ਲਮਕੇ ਹੋਣ, ਪਰ ਉਹ ਆਪਣੀ ਸ਼ੀਤਲਤਾ ਫਿਰ ਗਵਾਉਂਦਾ ਨਹੀਂ। ਡੁੱਬਣ ਦੇ ਨਾ ਮਾਂ ਪਿਰੀ। ਮਹਿਲਾ ਪੰਜਵਾਂ। ਬਨ ਪਿਹਾਵਲੇ ਹਿਕ ਸਾਥੀ ਲੱਧਮ, ਦੁਖ ਹਰਤਾ ਹਰਨਾਮਾ। ਪਿਹਾਵਲੇ ਦਾ ਮਤਲਬ ਡਰਾਉਣਾ ਜੰਗਲ, ਬਨ ਦਾ ਮਤਲਬ ਬਨ ਵਿੱਚ, ਪਿਹਾਵਲੇ ਦਾ ਮਤਲਬ ਡਰਾਵਣੇ ਜੰਗਲ ਵਿੱਚ, ਹਿੱਕ ਦਾ ਮਤਲਬ ਇੱਕ, ਲੱਧਮ ਦਾ ਮਤਲਬ ਮੈਂ ਲੱਭਿਆ ਹੈ, ਦੁੱਖ ਹਰਤਾ ਦਾ ਮਤਲਬ ਦੁੱਖਾਂ ਨੂੰ ਦੂਰ ਕਰਨ ਵਾਲਾ। ਡਰਾਵਣਾ ਜੰਗਲ, ਤੇ ਡਰਾਵਣੇ ਜੰਗਲ ਦੇ ਅੰਦਰ ਮੈਂ ਇੱਕ ਇਹੋ ਜਿਹਾ ਸਾਥੀ ਲੱਭਿਆ ਹੈ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਤੇ ਉਹ ਦੁੱਖਾਂ ਨੂੰ ਦੂਰ ਕਰਨ ਵਾਲਾ ਕਿਹੜਾ ਹੈ? ਹਰਨਾਮਾ, ਰੱਬ ਦਾ ਹੁਕਮ, ਰੱਬ ਦੇ ਗੁਣ, ਰੱਬ ਦੀ ਸਿਫਤ ਸਲਾਹ। ਮੈਂ ਰੱਬੀ ਹੁਕਮ ਇੱਕ ਐਸਾ ਸਾਥੀ ਲੱਭ ਲਿਆ ਜਿਹੜਾ ਇਸ ਭਿਆਨਕ ਜੰਗਲ ਦੇ ਅੰਦਰ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਹੁਣ ਜੰਗਲ ਦੇ ਅੰਦਰ ਬੰਦਾ ਡਰਦਾ ਹੈ ਨਾ, ਬੇਗਾਨਾ ਜੰਗਲ ਹੈ, ਰਾਸਤੇ ਦਾ ਪਤਾ ਨਹੀਂ, ਜੰਗਲ ਵਿੱਚ ਚੋਰ ਲੁਟੇਰੇ ਡਾਕੂ ਵੀ ਹੋ ਸਕਦੇ ਨੇ, ਜੰਗਲ ਦੇ ਅੰਦਰ ਕੋਈ ਜੰਗਲੀ ਜਾਨਵਰ ਵੀ ਹੋ ਸਕਦਾ ਹੈ ਜਿਹੜਾ ਨੁਕਸਾਨ ਕਰ ਸਕਦਾ ਹੈ। ਤੇ ਇਸ ਸੰਸਾਰ ਦੇ ਅੰਦਰ ਵੀ ਦੇਖੋ ਸਾਡਾ ਜੀਵਨ ਵੀ ਇੱਕ ਜੰਗਲ ਬਣਿਆ ਹੋਇਆ ਨਾ, ਉਹ ਜੰਗਲ ਮੇਰੇ ਅੰਦਰ ਹੈ। ਇਸ ਮੇਰੀ ਸੋਚ ਨੂੰ ਮੈਂ ਜੰਗਲ ਬਣਾ ਬੈਠਾ ਹਾਂ, ਬੇਤਰਤੀਬੀ ਹੈ ਮੇਰੀ ਜ਼ਿੰਦਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿੰਨਾ ਕੁਛ ਇੱਥੇ। ਆ ਪਿਹਾਵਲਾ ਇੱਕ ਡਰਾਵਨਾ ਜਿਹਾ ਜੰਗਲ ਬਣਿਆ ਹੋਇਆ ਹੈ। ਤੇ ਗੁਰੂ ਜੀ ਕਹਿੰਦੇ ਨੇ ਰੱਬੀ ਹੁਕਮ ਦੁੱਖਾਂ ਨੂੰ ਬਚਾਉਣ ਵਾਲਾ ਹੈ। ਮੈਂ ਉਹ ਸਾਥੀ ਲੱਭ ਲਿਆ ਹੈ ਜੋ ਮੈਨੂੰ ਇਸ ਸੰਸਾਰ ਦੇ ਅੰਦਰ ਦੁਖੀ ਨਹੀਂ ਹੋਣ ਦੇਵੇਗਾ। ਜਦੋਂ ਅਸੀਂ ਰੱਬੀ ਰਜ਼ਾ ਵਿੱਚ ਤੁਰਾਂਗੇ ਤਾਂ ਜ਼ਿੰਦਗੀ ਦੇ ਅੰਦਰ ਦੁੱਖ ਨਹੀਂ ਹੋਏਗਾ। ਸਿਸਟਮ ਨੂੰ ਫੋਲੋ ਕਰਾਂਗੇ ਤਾਂ ਫਿਰ ਵਿਕਾਰਾਂ ਵਿੱਚ ਡੁੱਬਾਂਗੇ ਨਹੀਂ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਜਾਈ ਨਹੀਂ ਪੜਨਾ, ਜਾਈ ਮੈਂ ਜਾਵਾਂ। ਸੰਤ ਪਿਆਰੇ ਦਾ ਮਤਲਬ ਪਿਆਰੇ ਗੁਰੂ ਤੋਂ, ਪੂਰਨ ਕਾਮਾ ਦਾ ਮਤਲਬ ਕੰਮ ਪੂਰਾ ਹੋ ਗਿਆ ਹੈ। ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ, ਜਿਸ ਦੀ ਕਿਰਪਾ ਸਦਕਾ ਮੇਰਾ ਕੰਮ ਪੂਰਾ ਹੋ ਗਿਆ ਹੈ। ਕੰਮ ਪੂਰਾ ਹੋਣ ਦਾ ਮਤਲਬ ਸਿਰੇ ਲੱਗ ਗਿਆ ਹੈ ਕੰਮ, ਮੀਨਸ ਮੈਂ ਆਪਣੀ ਗੋਲ ਨੂੰ ਪਾ ਲਿਆ ਹੈ, ਮੈਂ ਮਨੋਰਥ ਨੂੰ ਹਾਸਲ ਕਰ ਲਿਆ। ਕਿ ਸਾਡੀ ਜ਼ਿੰਦਗੀ ਦਾ ਗੋਲ ਕੀ ਹੈ ਜੀ? ਸਚਿਆਰ ਹੋਣਾ, ਰੱਬ ਵਰਗਾ ਹੋਣਾ। ਤਾਂ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਰਹਿਮਤ ਨਾਲ ਮੈਂ ਆਪਣਾ ਗੋਲ ਪਾ ਲਿਆ, ਮੇਰਾ ਕੰਮ ਸਿਰੇ ਚੜ ਗਿਆ।
मैं अपने मनोरथ नूं हासिल कर लिया, मैं रब विच मिल के रब वर्गा हो गया, मैं सचियार हो गया हाँ, मैं अपने जीवन मनोरथ नूं पा लिया है। पौड़ी पाईयन सब निधान तेरे रंग रत्तियां, रत्तिया नहीं रत्तियां, रत्ते जान नल। जे रत्तिया पढ़ांगे तो ਇਹਦਾ मतलब कोई थर्ड परसन की गल हो रही है, रंगिया होया। इत्थे है रत्तियां, रंगे जान नल। पाईयन का मतलब पा लई देने। हे मेरे प्यारे प्रीतम प्रभु, तेरे प्यार रंग विच रंगे जाइए ਤਾਂ ਸਾਰੇ ਖਜ਼ਾਨੇ ਪਾ ਲਈਦੇ ਨੇ, ਸਾਰੇ ਖਜ਼ਾਨੇ ਪਾ ਲਈਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਰੱਬ ਨਾਲ ਪਿਆਰ ਕੀਤਿਆਂ ਪੈਸਿਆਂ ਦੇ ਖਜ਼ਾਨੇ ਲੱਭ ਜਾਂਦੇ ਨੇ, ਹੀਰੇ ਜਵਾਹਰਾਤ ਲੱਭ ਜਾਂਦੇ ਨੇ। ਸਾਰੇ ਖਜ਼ਾਨੇ ਦਾ ਮਤਲਬ ਸਾਰੇ ਸੁੱਖ ਮਿਲ ਜਾਂਦੇ, ਸਾਰੇ ਗੁਣ ਮਿਲ ਜਾਂਦੇ, ਔਰ ਬੰਦਾ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਉਹ ਬੰਦਾ ਧਨਾੜ ਹੋ ਜਾਂਦਾ ਹੈ, ਉਹੀ ਬੰਦਾ ਅਮੀਰ ਹੈ, ਉਹ ਧਨਵੰਤ ਹੈ, ਉਹ ਕੁਲਵੰਤ ਹੈ, ਉਹ ਪਤਵੰਤ ਹੈ। ਜਿਸ ਬੰਦੇ ਦੇ ਹਿਰਦੇ ਦੇ ਅੰਦਰ ਭਗਵੰਤ ਪ੍ਰਭੂ ਵਸ ਜਾਂਦਾ, ਰੱਬੀ ਗੁਣ ਵਸ ਜਾਂਦੇ ਨੇ, ਤਾਂ ਸਾਰੇ ਸੁੱਖਾਂ ਦੇ ਖਜ਼ਾਨੇ, ਸਾਰੇ ਗੁਣਾਂ ਦੇ ਖਜ਼ਾਨੇ ਪਾ ਲਈਦੇ ਨੇ ਜਦੋਂ ਪ੍ਰਭੂ ਤੇਰੇ ਪ੍ਰੇਮ ਵਿੱਚ ਰੰਗੇ ਜਾਈਏ। ਜੇ ਪ੍ਰਭੂ ਪ੍ਰੇਮ ਵਿੱਚ ਰੰਗੇ ਜਾਈਏ, ਰੱਬ ਨਾਲ ਸਾਡਾ ਪਿਆਰ ਹੋ ਜਾਏ, ਤਾਂ ਰੱਬੀ ਗੁਣਾਂ ਦੇ ਨਾਲ ਸਾਡਾ ਪਿਆਰ ਹੋਏਗਾ, ਤੇ ਜਿੱਥੇ ਰੱਬੀ ਗੁਣ ਹੋਣਗੇ ਉੱਥੇ ਸਾਰੇ ਸੁੱਖ ਵੀ ਹੋਣਗੇ। ਨਾ ਹੋਵੀ ਪਛੋਤਾਓ ਤੁਧ ਨੂੰ ਜਪਤਿਆਂ। ਪਛੋਤਾਓ ਦਾ ਮਤਲਬ ਪਛਤਾਵਾ, ਜਪਤਿਆਂ ਦਾ ਮਤਲਬ ਜਪਣਾ, ਜਪਣਾ ਦਾ ਮਤਲਬ ਜਾਣਨਾ, ਜਾਣਨਾ ਦਾ ਮਤਲਬ ਸਾਂਝ ਪਾਣੀ। ਕਿ हे ਪ੍ਰਭੂ, ਜੇ ਤੇਰੇ ਨਾਲ ਸਾਂਝ ਪਾਈ ਜਾਏ, ਸੋਚ ਦੀ ਤੇਰੇ ਗੁਣਾਂ ਨਾਲ ਸਾਂਝ ਪਾਈ ਜਾਏ, ਤੇਰੇ ਗੁਣਾਂ ਦੇ ਧਾਰਨੀ ਹੋਇਆ ਜਾਏ, ਨਾ ਹੋਵੀ ਪਛੋਤਾਓ ਤਾਂ ਪਛਤਾਵਾ ਨਹੀਂ ਹੁੰਦਾ। ਹੁਣ ਜੇ ਅਸੀਂ ਗੁਣਾਂ ਦੇ ਧਾਰਨੀ ਹੋਈਏ ਤਾਂ ਸਾਡੀ ਜ਼ਿੰਦਗੀ ਵਿੱਚ ਪਛਤਾਵਾ ਨਹੀਂ ਨਾ, ਸਾਨੂੰ ਪਛਤਾਵਾ ਨਹੀਂ ਕਰਨਾ ਪੈਣਾ ਕਿ ਯਾਰ ਮੈਂ ਚੰਗੇ ਕੰਮ ਕਿਉਂ ਕੀਤੇ। ਮਾੜੇ ਕੰਮਾਂ ਦਾ ਪਛਤਾਵਾ ਹੁੰਦਾ, ਚੰਗੇ ਕੰਮਾਂ ਦਾ ਪਛਤਾਵਾ ਨਹੀਂ ਹੁੰਦਾ। ਤਾਂ ਕਦੇ ਵੀ ਪਛਤਾਵਾ ਜ਼ਿੰਦਗੀ ਵਿੱਚ ਨਹੀਂ ਹੁੰਦਾ। ਯਾਨੀ ਹੁਣ ਸਾਨੂੰ ਜੋ ਬੀਤ ਗਿਆ ਸਮਾਂ ਹੈ, ਕਈ ਵਾਰ ਸਾਨੂੰ ਪਛਤਾਵਾ ਹੁੰਦਾ ਨਾ ਕਿ ਇਹ ਕੰਮ ਗਲਤ ਸੀ, ਤੇ ਜੇ ਗਲਤ ਨਾ ਕੀਤਾ ਹੋਏ ਫਿਰ ਪਛਤਾਵਾ ਨਹੀਂ, ਜੇ ਕੰਮ ਸਹੀ ਕੀਤੇ ਨੇ ਫਿਰ ਪਛਤਾਵਾ ਨਹੀਂ ਹੈ। ਆਉਣ ਵਾਲੇ ਸਮੇਂ ਦੀ ਚਿੰਤਾ ਨਹੀਂ ਰਹਿੰਦੀ ਜੇ ਅਸੀਂ ਸੱਚ ਨੂੰ ਪਛਾਣ ਲਿਆ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ, हे ਪ੍ਰਭੂ, ਤੇਰੇ ਗੁਣਾਂ ਨੂੰ ਧਾਰਨ ਕੀਤਿਆਂ ਕੋਈ ਪਛਤਾਵਾ ਨਹੀਂ ਹੁੰਦਾ। ਭਾਵ ਬੰਦਾ ਕੋਈ ਮੰਦਾ ਕੰਮ ਨਹੀਂ ਕਰਦਾ ਜਿਸ ਕਰਕੇ ਉਹਨੂੰ ਪਛਤਾਵਾ ਕਰਨਾ ਪਵੇ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਤੇਰੀ ਟੇਕ ਜਨ ਦਾ ਮਤਲਬ ਜਿਨ੍ਹਾਂ ਨੂੰ ਤੇਰੀ ਟੇਕ ਹੈ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਜੋ ਤੇਰਾ ਆਸਰਾ ਲੈ ਕੇ ਚੱਲਦੇ ਨੇ। ਪਹੁੰਚ ਨਾ ਸਕੇ ਕੋਏ, ਉਹਨਾਂ ਦੇ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜੋ ਤੇਰਾ ਆਸਰਾ ਲੈ ਕੇ ਚੱਲਦੇ। ਹੁਣ ਆਸਰਾ ਲੈ ਕੇ ਚੱਲਣਾ ਕੀ ਹੈ? ਜਿਵੇਂ ਇੱਕ ਅੰਨਾ ਬੰਦਾ ਸੋਟੀ ਫੜ ਕੇ ਤੁਰਦਾ ਹੈ ਜਾਂ ਕਿਸੇ ਦਾ ਹੱਥ ਫੜ ਕੇ ਤੁਰਦਾ ਹੈ, ਕੋਈ ਬਿਮਾਰ ਬੰਦਾ ਹੈ ਤਾਂ ਉਹਨੂੰ ਅਸੀਂ ਸਹਾਰਾ ਦਿੰਦੇ ਹਾਂ, ਉਹ ਸਹਾਰਾ ਲੈ ਕੇ ਚੱਲਦਾ ਹੈ। ਹੁਣ ਰੱਬ ਦਾ ਸਹਾਰਾ ਲੈਣ ਦਾ ਮਤਲਬ ਕੀ ਹੈ? ਰੱਬੀ ਗੁਣਾਂ ਦਾ ਸਹਾਰਾ ਲੈਣਾ। ਜੋ ਸੱਚ ਦਾ ਸਹਾਰਾ ਲੈ ਕੇ ਚੱਲਦੇ ਨੇ, ਜੋ ਦਇਆ ਦੇ ਸਹਾਰੇ ਚੱਲਦੇ ਨੇ, ਜੋ ਪ੍ਰੇਮ ਦੇ ਸਹਾਰੇ ਚੱਲਦੇ ਨੇ, ਜਿਨ੍ਹਾਂ ਦੇ ਜੀਵਨ ਦਾ ਬੇਸ ਨਿਰਭੈਤਾ ਹੈ, ਜਿਨ੍ਹਾਂ ਦੇ ਜੀਵਨ ਦਾ ਬੇਸ ਨਿਰਵੈਰਤਾ ਹੈ, ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਇਆ ਹੈ, ਸਹਾਰਾ ਬਣਾਇਆ ਹੈ, ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਹੁਣ ਉਹਨਾਂ ਦੀ ਬਰਾਬਰੀ ਚੋਰੀ ਕਰਨ ਵਾਲਾ ਬੰਦਾ ਕਿਵੇਂ ਕਰੇਗਾ? ਜਿਹਦੇ ਅੰਦਰ ਈਰਖਾ ਦਵੈਸ਼ ਹੈ, ਜਿਹੜਾ ਸਾਰਾ ਦਿਨ ਚੁਗਲੀਆਂ ਕਰਦਾ ਫਿਰਦਾ ਹੈ, ਨਿੱਕੇ ਨਿੱਕੇ ਝੂਠ ਬੋਲਦਾ ਹੈ, ਉਹ ਸੱਚੇ ਸੁੱਚੇ ਬੰਦੇ ਦੀ ਬਰਾਬਰੀ ਕਿਵੇਂ ਕਰੇਗਾ? ਹੁਣ ਮੇਰੇ ਵਰਗਾ ਬਰਾਬਰੀ ਕਰਨਾ ਚਾਹੇ ਭਗਤ ਪੂਰਨ ਸਿੰਘ ਦੀ, ਭਾਈ ਮਤੀ ਦਾਸ, ਸਤੀ ਦਾਸ ਦੀ, ਤਾਂ ਮੈਂ ਕਿਵੇਂ ਬਰਾਬਰੀ ਕਰਾਂਗਾ? ਉਹਨਾਂ ਦੀ ਬਰਾਬਰੀ ਨਹੀਂ ਨਾ ਹੋ ਸਕਦੀ। ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੇ ਸੇਵੇਂ ਦਰ ਖੜੀਆਂ, ਨਾਲ ਖਸਮੇ ਰੱਤੀਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਾਹਰੋਂ ਅਸੀਂ ਚਿੱਟੇ ਹਾਂ, ਮਨੋਂ ਕਸੁੱਧੇ ਕਾਲੇ, ਆਚਰਨਹੀਣ ਹਾਂ, ਤੇ ਰੀਸਾਂ ਅਸੀਂ ਉਹਨਾਂ ਦੀਆਂ ਕਰੀਏ ਜਿਹੜੇ ਰੱਬ ਦੇ ਦਰ ਤੇ ਸਾਵਧਾਨ ਹੋ ਕੇ ਰੱਬੀ ਹੁਕਮ ਵਿੱਚ ਤੁਰ ਰਹੇ ਨੇ, ਤਾਂ ਫਿਰ ਗਲਤੀ ਹੈ ਨਾ, ਉਹਨਾਂ ਦੀ ਬਰਾਬਰੀ ਅਸੀਂ ਕਰ ਨਹੀਂ ਨਾ ਪਾਵਾਂਗੇ। ਤਾਂ हे ਪ੍ਰਭੂ, ਜੋ ਤੇਰਾ ਆਸਰਾ ਲੈ ਕੇ ਜ਼ਿੰਦਗੀ ਜੀਂਦਾ, ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਪਾਉਂਦਾ। ਗੁਰ ਪੂਰੇ ਵਾਹ ਵਾਹ ਸੁਖ ਲਹਾਂ ਚਿਤਾਰ ਮਨ, ਲਹਾ ਨਹੀਂ ਲਹਾਂ। ਪੂਰੇ ਗੁਰੂ ਨੂੰ ਸ਼ਾਬਾਸ਼, ਸ਼ਾਬਾਸ਼ ਆਖ।
ਜਿਹਦੀ ਰਾਹੀਂ ਚਿਤਾਰ ਕੇ ਸੁਖ ਮਿਲਦਾ ਹੈ, ਜਿਹਨੂੰ ਯਾਦ ਕਰਕੇ ਸੁਖ ਮਿਲਦਾ ਹੈ। ਗੁਰੂ ਨੂੰ ਸ਼ਾਬਾਸ਼। ਗੁਰੂ ਆਸ਼ਚਰਯਜਨਕ ਹੈਰਾਨੀ ਵਿੱਚ ਲੈ ਜਾਣ ਵਾਲਾ ਹੈ। ਗੁਰੂ ਦੀ ਸੇਵਾ ਵਿਸਮਾਦਦਾਇਕ ਹੈ। ਸ਼ਾਬਾਸ਼ ਗੁਰੂ ਨੂੰ, ਜਿਹਨੂੰ ਯਾਦ ਕੀਤਿਆਂ ਸੁਖ ਮਿਲਦਾ ਹੈ, ਜਿਹਨੂੰ ਯਾਦ ਕੀਤਿਆਂ ਸ਼ਾਂਤੀ ਮਿਲਦੀ ਹੈ। ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈ ਹੈ। ਗੁਰੂ ਦੇ ਕੋਲ ਸਿਫਤ ਸਲਾਹ ਦਾ ਖਜ਼ਾਨਾ ਹੈ ਤੇ ਇਹ ਰਹਿਮਤ ਦੇ ਨਾਲ ਮਿਲਦਾ ਹੈ, ਯਾਨੀ ਕਰਮ ਕਾਂਡਾਂ ਦੇ ਨਾਲ ਨਹੀਂ। ਰੱਬੀ ਰਜ਼ਾ ਵਿੱਚ ਤੁਰ ਕੇ ਗੁਰੂ ਦੀ ਰਹਿਮਤ ਦੇ ਪਾਤਰ ਬਣ ਕੇ ਇਹ ਸਿਫਤ ਸਲਾਹ ਦਾ ਜਿਹੜਾ ਭੰਡਾਰਾ ਹੈ ਉਹ ਗੁਰੂ ਪਾਸੋਂ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਏ। ਧਾਈਏ ਦਾ ਮਤਲਬ ਭਟਕੀ ਦਾ ਨਹੀਂ, ਬਹੁੜ ਦਾ ਮਤਲਬ ਮੁੜ ਕੇ। ਜੇ ਸਤਿਗੁਰ ਦੀ ਮਿਹਰ ਹੋ ਜਾਏ, ਜੇ ਸਤਿਗੁਰ ਮਿਹਰ ਨਾਲ ਤੱਕੇ, ਅਸੀਂ ਗੁਰੂ ਦੀ ਰਹਿਮਤ ਦੇ ਪਾਤਰ ਬਣ ਜਾਈਏ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ। ਬਹੁੜ ਨਾ ਧਾਈਏ ਦਾ ਮਤਲਬ ਮੁੜ ਕੇ ਭਟਕੀ ਦਾ ਨਹੀਂ। ਜ਼ਿੰਦਗੀ ਚੋਂ ਭਟਕਣਾ ਮੁੱਕ ਜਾਂਦੀ ਹੈ, ਬੰਦੇ ਨੂੰ ਆਪਣੇ ਗੋਲ ਦਾ ਗਿਆਨ ਹੋ ਜਾਂਦਾ ਹੈ ਔਰ ਬੰਦਾ ਆਪਣੇ ਏਮ ਵੱਲ ਵੱਧਦਾ ਹੈ। ਗੁਰੂ ਦੇ ਚਰਨਾਂ ਦੀ ਸੇਵਕ ਬਣਨ ਦੇ ਨਾਲ, ਗੁਰੂ ਦੀ ਰਹਿਮਤ ਦੇ ਪਾਤਰ ਬਣਨ ਨਾਲ ਬੰਦਾ ਭਟਕਦਾ ਨਹੀਂ ਹੈ। ਰੱਖੈ ਆਪ ਦਇਆਲ ਕਰ ਦਾਸਾਂ ਆਪਣੇ। ਪ੍ਰਭੂ ਆਪਣੇ ਦਾਸਾਂ ਨੂੰ ਆਪਣੇ ਬਣਾ ਕੇ ਆਪ ਫਿਰ ਭਟਕਣਾ ਤੋਂ ਬਚਾ ਲੈਂਦਾ ਹੈ, ਵਿਕਾਰਾਂ ਤੋਂ ਬਚਾ ਲੈਂਦਾ ਹੈ। ਹਰ ਹਰ ਨਾਮ ਜੀਵਾਂ ਸੁਣ ਸੁਣੇ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਸ ਹਰੀ ਦਾ ਨਾਮ ਸੁਣ ਸੁਣ ਕੇ ਜੀ ਰਿਹਾ ਹਾਂ। ਰੱਬੀ ਗੁਣਾਂ ਦਾ ਧਾਰਨੀ ਹੋ ਕੇ, ਰੱਬੀ ਸਿਫਤ ਸਲਾਹ ਸੁਣ ਕੇ, ਗੁਰੂ ਦੀ ਪਾਵਨ ਬਾਣੀ ਸੁਣ ਕੇ ਮੈਂ ਆਤਮਿਕ ਜ਼ਿੰਦਗੀ ਜੀ ਰਿਹਾ ਹਾਂ। ਤਾਂ ਜੇ ਅਸੀਂ ਵੀ ਆਤਮਿਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਪ੍ਰਭੂ ਦੇ ਨਾਮ ਨਾਲ, ਪ੍ਰਭੂ ਦੀ ਬਾਣੀ ਨਾਲ, ਗੁਰੂ ਦੇ ਗੁਣਾਂ ਨਾਲ, ਗੁਰੂ ਦੀ ਫਿਲਾਸਫੀ ਦੇ ਨਾਲ ਜੁੜਨਾ ਚਾਹੀਦਾ ਹੈ। ਸਾਡਾ ਵੀ ਇਹ ਜੀਵਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਕਰਨ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਆਪ ਵਿਚਾਰੀਏ ਔਰ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਦੀ